गुरु जी दिलो मोहब्बत जिन से सचया जिन मन होर मुख होर से कांढे कचया रत्ते इश्क खुदाए रंग दीदार के विसरिया जिन्ना नाम ते पोए हार थिए विसरिया जिन्ना नाम ते पोए पार थिए। जागदी जोत रूहानी ज्ञान दे मुजस्मे बाणी के बोहित धन धन साहिब श्री गुरु ग्रंथ साहब महाराज जी दी पावन हजूरी विच जुड़ बैठ के गुरबाणी कीर्तन राही गुरु उपदेश नूं सारिਆਂ ने दृढ़ कीता है। आओ अस्थान ते आनंद साहब बाणी दी लड़ीवार विचार पिछले दिनों तो आरंभ की है। विचार अधीन अज 14 नंबर पौड़ी जिसनों रल मिल के आपां ने विचारना है। भगतां की चाल निराली चाला निराली भगतां केरी विवखम मार्ग चलना। भगतां दी चाल दा अर्थ है जीवन तौर पाओ कि जीवन जीवन का ढंग तरीका जिहड़े रब की भगती करन वाले ने उन्हां दा संसार नालों वखरा है। क्योंकि संसार दे विच आदि काल तो ही गुरदेव दा ये साडे लई हुक्म ते उपदेश है। भगतां तै सै सारियां जोड़ कदे न आया। भगतां दा अते संसारियां दा आपस दे विच कदी तालमेल नहीं बैठदा। जिथे कि पावन पौड़ी दी विचार करनी है। अज श्रोमणी भगत नामदेव जी हुणां दा पावन प्रकाश दिहाड़ा है। आप सारिਆਂ ਨੂੰ बहुत बहुत ਵਧਾਈਆਂ होवन। उस उपदेश नाल भी जुड़ांगे। मनोवृत्तियां सारे एकागर करो। फतेह दी सांझ करो। आखो जी वाहिगुरु जी का खालसा वाहिगुरु जी की फतेह। भगतां की चाल निराली की चाल निराली चाला निराली भगतां केरी चाला निराली भगतां केरी विखम मार्ग चलना विखम मार्ग चलना। लब लोभ अहंकार तज तृष्णा लब लोभ अहंकार तज तृष्णा। बहुत नाही बोलना बहुत नाही बोलना। खन्यो तिकी वालो निकी एत मार्ग जाना खनियो तिकी वालो निकी एत मार्ग जाना। गुर प्रसादी जिनी आप तजया गुर प्रसादी जिनी आप तजया। हर वासना समाणी हर वासना समाणी। कह नानक चाल भगतां कह नानक चाल भगतां। जुगों
जुग निराली। जुगों जुग निराली। कह नानक चाल भगतां। कह नानक चाल भगतां। जुगों जुग निराली। जुगों जुग निराली। वाहिगुरु जी का खालसा, वाहिगुरु जी की फतेह। ਅੱਜ ਦਾ ਪਾਵਨ ਉਪਦੇਸ਼ ਗੁਰੂ ਅਮਰਦਾਸ ਮਹਾਰਾਜ ਦ੍ਰਿੜ ਕਰਾ ਰਹੇ ਹਨ। ਅੱਖਰ ਵਰਤਿਆ ਹੈ ਭਗਤ, ਔਰ ਕੰਨਾ ਪਾ ਕੇ ਹੋ ਗਿਆ ਭਗਤਾਂ। ਭਗਤ ਦਾ ਬਹੁਤ ਵਚਨ ਹੈ ਭਗਤਾਂ, ਆਓ ਕਿ ਬਹੁਤ ਸਾਰੇ ਭਗਤ। ਅਸਲ ਵਿੱਚ ਭਗਤ ਇਸ ਸੰਸਕ੍ਰਿਤ ਦਾ ਸ਼ਬਦ ਹੈ। ਵਿਦਵਾਨ ਕਹਿੰਦੇ ਨੇ ਇਹ ਭਜ ਧਾਤੂ ਤੋਂ ਬਣਿਆ, ਤੇ ਵਿਦਵਾਨਾਂ ਨੇ ਇਸ ਦੇ ਅਰਥ ਕੀਤੇ ਨੇ ਵੰਡਣਾ, ਸੇਵਾ ਕਰਨੀ, ਸਿਮਰਨ ਕਰਨਾ, ਭਾਵ ਕਿ ਭਜਣਾ, ਤੇ ਵੰਡਣਾ ਵੀ ਅਰਥ ਕੀਤੇ। ਭਗਤ ਉਹ ਹੈ ਜੋ ਵਰਤਾ ਕੇ ਛਕਦਾ ਹੈ, ਸੇਵਾ ਕਰਦਾ, ਕਰਤਾਰ ਨੂੰ ਮਨੋਂ ਨਹੀਂ ਵਿਸਾਰਦਾ, ਉਹਨੂੰ ਭਗਤ ਕਿਹਾ ਗਿਆ। ਜਦੋਂ ਅਸੀਂ ਭਾਈ ਕਾਨ ਸਿੰਘ ਨਾਭਾ ਨੂੰ ਪੜ੍ਹਦੇ ਹਾਂ, ਉਹ ਕਹਿੰਦੇ ਭਗਤ ਹੈ ਹੀ ਉਹ ਜਿਹੜਾ ਮਨੁੱਖ ਵਰਤਾ ਕੇ ਬਾਅਦ 'ਚ ਛਕਦਾ, ਜਿਹੜਾ ਸੇਵਾ ਕਰਦਾ ਅਤੇ ਕਰਤਾਰ ਨੂੰ ਮਨੋਂ ਨਹੀਂ ਵਿਸਾਰਦਾ। ਜਦੋਂ ਆਪਾਂ ਤੀਜੇ ਪਾਤਸ਼ਾਹ ਦੀ ਹੋਰ ਬਾਣੀ ਵੀ ਪੜ੍ਹੀਏ ਆਨੰਦ ਸਾਹਿਬ ਨੂੰ ਛੱਡ ਕੇ, ਤਾਂ ਗੁਰੂ ਸਾਹਿਬ ਜੀ ਨੇ ਬੜਾ ਸਪਸ਼ਟ ਆਖਿਆ ਕਿ ਅਸਲ ਵਿੱਚ ਭਗਤ ਹੈ ਕੌਣ। ਉਹ ਕਹਿੰਦੇ ਨੇ ਸੋ ਭਗਤ ਜੋ ਗੁਰਮੁਖ ਹੋਵੇ। ਕਹਿੰਦੇ ਇਕੱਲਾ ਭਗਤੀ ਕਰਨ ਵਾਲਾ ਭਗਤ ਨਹੀਂ ਜੋ ਸਾਡੀ ਨਜ਼ਰ 'ਚ ਕਿਤੇ ਬੈਠਾ ਹੋਇਆ ਨਜ਼ਰ ਆ ਰਿਹਾ ਹੈ, ਕੋਈ ਸਿਮਰਨ ਕਰ ਰਿਹਾ ਹੈ, ਮਾਲਾ ਫੜੀ ਹੋਈ ਹੈ, ਜਦ ਅਸੀਂ ਉਹਨੂੰ ਦੇਖ ਕੇ ਕਹੀਏ ਵੀ ਇਹ ਭਗਤੀ ਕਰ ਰਿਹਾ ਤੇ ਭਗਤ ਹੈ। ਗੁਰੂ ਅਮਰਦਾਸ ਮਹਾਰਾਜ ਦੇ ਆਪਣੇ ਬਚਨ ਨੇ। ਗੁਰੂ ਸਾਹਿਬ ਕਹਿੰਦੇ ਨੇ ਅਸਲ ਵਿੱਚ ਸੋ ਭਗਤ ਜੋ ਗੁਰਮੁਖ ਹੋਵੇ, ਹਉਮੈ ਸ਼ਬਦ ਜਲਾਇਆ ਰਾਮ। ਉਹ ਭਗਤ ਹੈ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ ਅਤੇ ਜਿਸ ਨੇ ਗੁਰੂ ਦੇ ਸ਼ਬਦ ਰਾਹੀਂ ਆਪਣੀ ਹਉਮੈ ਨੂੰ ਸਾੜ ਲਿਆ ਹੈ, ਹਉਮੈ ਨੂੰ ਜਲਾ ਲਿਆ ਹੈ, ਹਉਮੈ ਦਾ ਨਾਸ਼ ਕਰ ਦਿੱਤਾ ਹੈ। ਭਗਤਾਂ ਕੀ ਚਾਲ ਸੱਚੀ, ਗੁਰੂ ਅਮਰਦਾਸ ਮਹਾਰਾਜ ਦੇ ਬਚਨਾਂ ਵਿੱਚੋਂ ਦੇਖਾਂਗੇ। ਸੋ ਕਹਿੰਦੇ ਨੇ ਜਿਹੜੇ ਭਗਤ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਦੀ ਜਿਹੜੀ ਚਾਲ ਹੈ ਉਹ ਸੱਚੀ ਹੈ। ਇੱਥੇ ਕਹਿ ਰਹੇ ਨੇ ਭਗਤਾਂ ਕੀ ਚਾਲ ਨਿਰਾਲੀ, ਕਿਉਂਕਿ ਉਹਨਾਂ ਨੇ ਜਦੋਂ ਭਗਤ ਦਾ ਕੰਸੈਪਟ ਲਿਆ ਅਤੇ ਜਿੱਥੇ ਜਿੱਥੇ ਉਹਨਾਂ ਦੀ ਬਾਣੀ ਵਿੱਚ ਭਗਤ ਦਾ ਕੰਸੈਪਟ ਆਇਆ, ਕਿਤੇ ਚਾਲ ਨਿਰਾਲੀ ਕਹਿ ਰਹੇ ਨੇ, ਕਿਤੇ ਭਗਤਾਂ ਦੀ ਚਾਲ ਸੱਚੀ ਕਹਿ ਰਹੇ ਨੇ, ਕਿਤੇ ਕਹਿ ਰਹੇ ਨੇ ਉਹ ਭਗਤ ਹੈ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ। ਗੁਰੂ ਦੇ ਸਨਮੁਖ ਦਾ ਅਰਥ ਸਪਸ਼ਟ ਹੋ ਗਿਆ ਕਿ ਜਿਹੜਾ ਗੁਰੂ ਦੇ ਉਪਦੇਸ਼ਾਂ ਮੁਤਾਬਿਕ ਆਪਣੇ ਜੀਵਨ ਵਿੱਚੋਂ ਸੱਚ ਨੂੰ ਅਰਾਧਦਾ ਹੈ, ਭਗਤੀ ਕਰਦਾ ਹੈ। ਕਿਉਂਕਿ ਇੱਕ ਤਾਂ ਹੈ ਮੇਰੀ ਮਰਜ਼ੀ ਨਾਲ, ਮੈਂ ਆਪਣੀ ਮਰਜ਼ੀ ਨਾਲ ਭਗਤੀ ਕਰਾਂ, ਕੋਈ ਮਰਿਆਦਾ ਨਹੀਂ ਉਸਦੀ। ਇੱਕ ਭਗਤੀ ਹੈ ਗੁਰੂ ਦੀ ਮਰਿਆਦਾ ਅਨੁਸਾਰ ਕਰਨੀ, ਗੁਰੂ ਦੇ ਦਰਸਾਏ ਹੋਏ ਉਪਦੇਸ਼ਾਂ ਨੂੰ ਕਮਾਉਣਾ। ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਭਗਤਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ ਜਿਹੜੇ ਕਿ ਗ੍ਰਸਤ ਜੀਵਨ ਤੋਂ ਕਿਨਾਰਾ ਕਰ ਗਏ, ਆਪਣੇ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰ ਗਏ। ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਬਿਲਕੁਲ ਵੀ ਕਬੂਲ ਨਹੀਂ ਕੀਤਾ। ਇੱਥੇ ਤਾਂ ਉਹੀ ਕਬੂਲ ਹੋਏ ਜਿਨ੍ਹਾਂ ਨੇ ਆਪਣੇ ਘਰ ਗ੍ਰਸਤੀ, ਆਪਣੇ ਜੀਵਨ ਨੂੰ, ਆਪਣੀ ਕਿਰਤ ਨੂੰ, ਆਪਣੇ ਜੀਵਨ ਦੇ ਫਰਜ਼ਾਂ ਨੂੰ ਨਾਲ ਨਾਲ ਨਿਭਾਇਆ, ਉਹਨਾਂ ਨੂੰ ਪ੍ਰਵਾਨ ਕੀਤਾ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਸੱਚੀ, ਅਤ ਨਿਰਮਲ ਨਾਮ ਸੱਚਾ ਮਨ ਪਾਇਆ। ਭਗਤਾਂ ਦੀ ਚਾਲ ਸੱਚੀ ਹੈ ਕਿਉਂਕਿ ਉਹ ਅਤ ਦੇ ਉਸ ਚਾਲ 'ਤੇ ਚੱਲ ਕੇ ਨਿਰਮਲ ਹੋ ਜਾਂਦੇ ਹਨ ਅਤੇ ਨਾਮ ਸੱਚਾ ਮਨ ਪਾਇਆ, ਸੱਚਾ ਨਾਮ ਉਹਨਾਂ ਦੇ ਮਨ ਨੂੰ ਭਾ ਜਾਂਦਾ ਹੈ। ਸਭ ਤੋਂ ਔਖੀ ਗੱਲ ਹੈ ਜੀਵਨ 'ਚ ਯਾਦ ਰੱਖਣਾ ਕਿ ਜਦੋਂ ਸਾਨੂੰ ਗੁਰੂ ਕੀ ਸਿੱਖਿਆ, ਗੁਰੂ ਕਾ ਉਪਦੇਸ਼, ਗੁਰੂ ਕਾ ਹੁਕਮ ਮਨ ਨੂੰ ਚੰਗਾ ਲੱਗਣ ਲੱਗ ਪਏ,
ਬਾਕੀ ਸਾਰੀਆਂ ਚੀਜ਼ਾਂ ਸਾਨੂੰ ਚੰਗੀਆਂ ਲੱਗਦੀਆਂ, ਧਨ ਚੰਗਾ ਲੱਗਦਾ, ਪਦਾਰਥ ਚੰਗੇ ਲੱਗਦੇ ਨੇ, ਪਰਿਵਾਰ ਚੰਗਾ ਲੱਗਦਾ, ਸੰਸਾਰ ਚੰਗਾ ਲੱਗਦਾ। ਪਰ ਕਦੀ ਕਦੀ ਕੋਈ ਵਿਰਲਾ ਸੰਸਾਰ 'ਚ ਜੰਮਦਾ ਜਿਹਨੂੰ ਕਿ ਧਰਮ ਪਿਆਰਾ ਲੱਗਦਾ, ਜਿਹਨੂੰ ਨਿਰੰਕਾਰ ਪਿਆਰਾ ਲੱਗਦਾ, ਜਿਹਨੂੰ ਪਰਮਾਤਮਾ ਪਿਆਰਾ ਲੱਗਦਾ। ਧਨ ਸਾਰਿਆਂ ਨੂੰ ਪਿਆਰਾ ਲੱਗਦਾ, ਪਰਿਵਾਰ ਸਾਰਿਆਂ ਨੂੰ ਪਿਆਰਾ ਲੱਗਦਾ, ਸੰਸਾਰ ਸਾਰਿਆਂ ਨੂੰ ਪਿਆਰਾ ਲੱਗਦਾ, ਪਰ ਕੋਈ ਵਿਰਲਾ ਹੈ ਜਿਸ ਨੂੰ ਨਿਰੰਕਾਰ ਵੀ ਪਿਆਰਾ ਲੱਗਦਾ। ਜਦੋਂ ਆਪਾਂ ਧਰਮ ਦੇ ਪਰਵਾਨਿਆਂ ਨੂੰ ਦੇਖਦੇ ਹਾਂ, ਜਿਨ੍ਹਾਂ ਨੇ ਸੱਚੀ ਮੁੱਚੀ ਧਰਮ ਨੂੰ ਸਮਝਿਆ, ਧਰਮ ਨੂੰ ਅੰਦਰ ਜੀਵਨ 'ਚ ਵਸਾਇਆ ਅਤੇ ਉਸ ਧਰਮ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਧਰਮੀ ਹੋਣਾ ਇਸ ਤਰ੍ਹਾਂ ਹੀ ਹੈ ਜਿਵੇਂ ਇੱਕ ਜਿਹੜਾ ਭੰਵਰਾ ਹੈ ਨਾ, ਉਹ ਕਮਲ ਫੁੱਲ ਦੇ ਉੱਤੇ ਜਾ ਕੇ ਬਹਿੰਦਾ ਹੈ, ਮਕਰਨ ਦਾ ਰਸ ਲੈਂਦਾ ਹੈ, ਉਸ ਵਿੱਚ ਇਤਨਾ ਕੁ ਮਸਤ ਹੋ ਜਾਂਦਾ ਕਿ ਆਪਣਾ ਆਪ ਕੁਰਬਾਨ ਕਰ ਦਿੰਦਾ। ਇਹ ਜਿਹੜੀ ਗੁਰੂ ਸਾਹਿਬ ਜੀ ਨੇ ਸਾਨੂੰ ਜੀਵਨ ਸ਼ੈਲੀ ਬਖਸ਼ੀ ਹੈ ਨਾ, ਇਹ ਹੈ ਕਿ ਰੱਬੀ ਰਜ਼ਾ ਵਿੱਚ ਇਸ ਹੱਦ ਤੱਕ ਚਲੇ ਜਾਣਾ, ਰੱਬ ਦੇ ਹੁਕਮ ਨੂੰ ਉੱਥੇ ਤੱਕ ਮੰਨ ਲੈਣਾ ਕਿ ਜਿੱਥੇ ਸੰਸਾਰ ਇਨਕਾਰੀ ਹੋ ਜਾਂਦਾ ਹੈ। ਅਸੀਂ ਹਮੇਸ਼ਾ ਸਾਂਝ ਕਰਦੇ ਹਾਂ ਸੁੱਖਾਂ ਦੇ ਵਿੱਚ, ਪਰ ਧਰਮ ਦੀ ਸਹੀ ਵਿਆਖਿਆ ਹੈ, ਜੇ ਸੁਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਔਖਾ ਹੈ ਨਾ ਕੰਮ ਇਹ, ਕਿਉਂਕਿ ਸੁਖ ਸਾਰਿਆਂ ਨੂੰ ਪਸੰਦ ਨੇ। ਗੁਰਬਾਣੀ ਤਾਂ ਕਹਿੰਦੀ ਮਿੱਠਾ ਸਭ ਮੰਗੈ, ਸਾਰੇ ਲੋਕ ਮਿੱਠੇ ਦੀ ਮੰਗ ਕਰਦੇ, ਪਰ ਸੁੱਖ ਦੀ ਮੰਗ ਕਰਦੇ ਨੇ। ਕੋੜਾ ਕੋਈ ਨਾ ਮੰਗੈ, ਕੋੜਾ ਤਾਂ ਦੁੱਖ ਤਾਂ ਕੋਈ ਵੀ ਨਹੀਂ ਮੰਗਦਾ। ਮੰਗ ਕਿਹੜੀ ਹੈ? ਸੁੱਖ ਦੀ ਮੰਗ, ਕੇਵਲ ਸੁੱਖ ਦੀ ਡਿਮਾਂਡ। ਪਰਿਵਾਰ ਤੋਂ ਸੁੱਖ ਦੀ ਡਿਮਾਂਡ, ਸਮਾਜ ਤੋਂ ਸੁੱਖ ਦੀ ਡਿਮਾਂਡ, ਧਰਮ ਤੋਂ ਸੁੱਖ ਦੀ ਡਿਮਾਂਡ, ਗੁਰੂ ਤੋਂ ਸੁੱਖ ਦੀ ਡਿਮਾਂਡ, ਪਰਮਾਤਮਾ ਤੋਂ ਸੁੱਖ ਦੀ ਡਿਮਾਂਡ। ਇੱਕ ਥਾਂ 'ਤੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਤੱਕ ਕਹਿ ਦਿੱਤਾ ਕਿ ਮਨੁੱਖੀ ਬਿਰਤੀ ਹੈ ਕਿ ਆਪਣੇ ਲੋਭ ਕੋ ਕੀਨੋ ਮੀਤ। ਹੇ ਪਰਮਾਤਮਾ, ਤੈਨੂੰ ਵੀ ਇਹ ਆਪਣੇ ਲੋਭ ਵਾਸਤੇ ਮਿੱਤਰ ਬਣਾ ਲੈਂਦੇ ਆ। ਜਿਹੜਾ ਕੰਮ ਕਿਤੇ ਨਾ ਸਰਦਾ ਹੋਵੇ ਨਾ, ਜਿਹੜਾ ਕੰਮ ਕਿਤੇ ਨਾ ਹੁੰਦਾ ਹੋਵੇ, ਉੱਥੇ ਬੰਦਾ ਕਹਿੰਦਾ ਹੁਣ ਨਹੀਂ ਹੁੰਦਾ ਨਾ, ਤਾਂ ਉਹਨੂੰ ਪਰਮਾਤਮਾ ਨੂੰ ਕਹੀਏ, ਪਰਮਾਤਮਾ ਇਹ ਕੰਮ ਕਰੇਗਾ। ਆਪਣੀ ਲੋੜ ਲਈ, ਆਪਣੇ ਲੋਭ ਲਈ ਪਰਮਾਤਮਾ ਦਾ ਆਸਰਾ ਲੈਂਦੇ ਹਾਂ। ਜਿਹੜੀ ਲੋੜ, ਜਿਹੜੀ ਜ਼ਰੂਰਤ ਕਿਤੇ ਪੂਰੀ ਨਾ ਹੋਵੇ ਨਾ, ਫਿਰ ਅਸੀਂ ਹਾਰ ਥੱਕ ਕੇ ਕਹਿੰਦੇ ਵੀ ਗੁਰੂ ਕੋਲ ਚੱਲੀਏ। ਅਤੇ ਉਸ ਨੂੰ ਮਹਾਰਾਜ ਕਹਿੰਦੇ ਫਿਰ ਤੂੰ ਤਾਂ ਆਪਣੇ ਲੋਭ ਵਾਸਤੇ ਆਸਰਾ ਲਿਆ ਗੁਰੂ ਸਾਹਿਬ ਜੀ ਦਾ। ਆਪਣੇ ਲੋਭ ਕੋ ਕੀਨੋ ਮੀਤ, ਲੋਭ ਲਈ ਤਾਂ ਮਿੱਤਰਤਾ ਪਾਈ ਹੈ, ਵੈਸੇ ਗੁਰੂ ਨਾਲ ਤੇਰਾ ਕੋਈ ਸੰਬੰਧ ਨਹੀਂ ਸੀ। ਇਸ ਕਰਕੇ ਗੁਰਦੇਵ ਪਿਤਾ ਸਾਨੂੰ ਇੱਕ ਵਿਚਾਰ ਸਮਝਾ ਰਹੇ ਨੇ ਕਿ ਸਿੱਖੀ ਦਾ ਜਿਹੜਾ ਸਿਰਾ ਹੈ ਉਹ ਬੜਾ ਉੱਚਾ ਹੈ। ਭਗਤਾਂ ਦੀ ਜਿਹੜੀ ਚਾਲ ਹੈ ਉਹ ਸਮਝਣੀ, ਕਿਉਂਕਿ ਭਗਤ ਜਿਹੜੇ ਨੇ ਉਹ ਇਕੱਲੀ ਸੁੱਖ ਦੀ ਮੰਗ ਨਹੀਂ ਕਰਦੇ, ਉਹ ਨਾਲ ਦੁੱਖ ਨੂੰ ਵੀ ਉਸ ਤਰ੍ਹਾਂ ਹੀ ਪ੍ਰਵਾਨ ਕਰਦੇ ਜਿਵੇਂ ਸੁੱਖ ਨੂੰ ਅਸੀਂ ਪ੍ਰਵਾਨ ਕਰਦੇ ਹਾਂ। ਉਹਨਾਂ ਲਈ ਤਾਂ ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰਿਆ ਜਾਏ ਮਨੁੱਖ। ਸੁੱਖ ਅਤੇ ਦੁੱਖ ਦੋ ਕੱਪੜੇ ਹਨ ਔਰ ਮਨੁੱਖ ਨੇ ਪਾਣੇ ਹਨ। ਭਗਤ ਉਹਨਾਂ ਦੋਨਾਂ ਨੂੰ ਕਬੂਲ ਕਰਦੇ ਨੇ। ਉਹਨਾਂ ਦੀ ਅਵਸਥਾ ਇੱਥੇ ਤੱਕ ਪਹੁੰਚ ਜਾਂਦੀ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ। ਇਹ ਭਗਤਾਂ ਦੀ ਚਾਲ ਹੈ। ਸੰਸਾਰੀ ਚਾਲ ਕੀ ਹੈ? ਜਿੱਥੋਂ ਕਿ ਲੋੜ ਪੂਰੀ ਹੁੰਦੀ ਹੈ ਉੱਥੇ ਜੁੜਨਾ ਹੈ। ਵੈਸੇ ਤਾਂ ਸੰਬੰਧ ਜਿਹੜੇ ਨੇ ਸੰਸਾਰ ਵਿੱਚ 4 ਕਿਸਮ ਦੇ ਗੁਰਬਾਣੀ ਵਿੱਚ ਵੀ ਆਏ ਨੇ। ਇੱਕ ਸੰਬੰਧ ਹੈ, ਭਾਵੇਂ ਉਹ ਮਾਤਾ ਪਿਤਾ ਨਾਲ ਹੋਵੇ, ਪਰਿਵਾਰ ਨਾਲ ਹੋਵੇ, ਗੁਰੂ ਅਤੇ ਪਰਮਾਤਮਾ ਨਾਲ ਹੋਵੇ। ਪਹਿਲਾ ਸੰਬੰਧ ਹੈ ਲੋਭ ਦਾ ਸੰਬੰਧ। ਦੂਜਾ ਸੰਬੰਧ ਜਿਹੜਾ ਆਖਿਆ ਗਿਆ ਗੁਰਬਾਣੀ ਦੇ ਮੁਤਾਬਿਕ ਉਹ ਹੈ ਪ੍ਰੇਮ ਦਾ ਸੰਬੰਧ। ਤੀਜਾ ਜਿਹੜਾ ਸੰਬੰਧ ਹੈ ਉਹ ਸਰਦਾ ਦਾ ਸੰਬੰਧ, ਅਤੇ ਚੌਥਾ ਸੰਬੰਧ ਭਗਤੀ ਦਾ ਹੈ। ਇਹ 4 ਤਰ੍ਹਾਂ ਦੇ ਸੰਬੰਧ ਪੂਰੀ ਗੁਰਬਾਣੀ ਨੂੰ ਪੜ੍ਹੋਗੇ, ਤੱਤ ਸਾਰ ਅਤੇ ਨਿਚੋੜ ਕੱਢੋਗੇ ਨਾ, ਅਤੇ 4 ਤਰ੍ਹਾਂ ਦੇ ਸੰਬੰਧਾਂ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ 'ਚ। ਇੱਕ ਤਾਂ ਹੈ ਲੋਭ ਲਈ ਮਿੱਤਰ ਬਣਾਉਣਾ। ਮਾਤਾ ਪਿਤਾ ਨਾਲ ਵੈਸੇ ਕੋਈ ਵਾਸਤਾ ਨਹੀਂ, ਪਰ ਜਦੋਂ ਕੋਈ ਜ਼ਰੂਰਤ ਹੋਵੇ, ਲੋਭ ਹੋਵੇ, ਅਤੇ ਉਹਨਾਂ ਨਾਲ ਮਿੱਤਰਤਾ ਰੱਖਣੀ, ਉਹਨਾਂ ਨਾਲ ਪਿਆਰ ਰੱਖਣਾ। ਇਹ ਇਸ ਤਰ੍ਹਾਂ ਹੀ ਹੈ ਜਿਵੇਂ ਕਿ ਤੁਸੀਂ ਕੁੱਤੇ ਨੂੰ ਪੱਠੇ ਪਾਓ, ਕੀ ਨਾਮ, ਗਊ ਨੂੰ ਪੱਠੇ ਪਾਓ, ਉਹ ਪਿੱਛੇ ਚੱਲਦੀ ਹੈ। ਕੁੱਤੇ ਨੂੰ ਟੁੱਕ ਪਾਓ, ਉਹ ਪਿੱਛੇ ਚੱਲਦਾ ਹੈ, ਪੂੰਛ ਵੀ ਹਿਲਾਉਂਦਾ ਹੈ। ਗੁਰਬਾਣੀ ਨੇ ਇਸ ਵਿਚਾਰ ਨੂੰ ਵੀ ਸਾਰੀ ਮਨੁੱਖਤਾ ਦੇ ਸਾਹਮਣੇ ਰੱਖਿਆ ਵੀ ਤੂੰ ਐਸਾ ਸੰਬੰਧ ਨਾ ਬਣਾਈ,
ਕਿ ਕੇਵਲ ਲੋਭ ਲਈ ਸੰਬੰਧ ਬਣਾਵੇ, ਪਰਮਾਤਮਾ ਨਾਲ, ਗੁਰੂ ਨਾਲ, ਮਾਤਾ ਪਿਤਾ ਨਾਲ, ਸੰਸਾਰ ਨਾਲ। ਔਰ ਯਾਦ ਰੱਖਣਾ, ਜਿਹੜਾ ਮਨੁੱਖ ਇਸ ਬਿਰਤੀ ਦਾ ਸੰਬੰਧ ਬਣਾਉਂਦਾ ਹੈ, ਇਹ ਲੋਭ ਦੀ ਬਿਰਤੀ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀ, ਪਸ਼ੂ ਬਣਾ ਦਿੰਦੀ, ਨੀਰਾ ਪਸ਼ੂ। ਜਿਵੇਂ ਪਸ਼ੂ 'ਚ ਕੋਈ ਫਰਕ ਨਹੀਂ, ਮਨੁੱਖ 'ਚ ਵੀ ਕੋਈ ਫਰਕ ਨਹੀਂ ਰਹਿ ਜਾਂਦਾ, ਬਿਲਕੁਲ ਪਸ਼ੂ ਬਣਾ ਦਿੰਦੀ ਲੋਭੀ ਬਿਰਤੀ ਜਿਹੜੀ ਹੈ ਨਾ। ਤਾਂ ਹੀ ਮਹਾਰਾਜ ਨੇ ਕਿਹਾ ਕਿ ਲੋਭੀ ਕਾ ਵੇਸਾਨ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਧੂਐ, ਜਿੱਥੇ ਹੱਥ ਨਾ ਕੋਈ ਪਾਏ। ਕਿਉਂਕਿ ਲੋਭੀ, ਜਿਵੇਂ ਕੁੱਤਾ ਲੋਭੀ ਹੋਵੇ ਨਾ, ਉਹ ਪੂਰੀ ਜ਼ਿੰਦਗੀ ਲੋਭ ਅਧੀਨ ਤੁਹਾਡੇ ਆਲੇ ਦੁਆਲੇ ਘੁੰਮਦਾ ਹੈ। ਪਰ ਇੱਕ ਦਿਨ ਜਦੋਂ ਉਹ ਲੋਭੀ ਕੁੱਤਾ ਲੋਭ ਦੇ ਵਸ ਪੈ ਕੇ ਜਦੋਂ ਪਾਗਲ ਹੋ ਜਾਂਦਾ ਨਾ, ਫਿਰ ਆਪਣੇ ਮਾਲਕ ਨੂੰ ਵੱਢ ਲੈਂਦਾ ਹੈ। ਇਸ ਤਰ੍ਹਾਂ ਹੀ ਲੋਭੀ ਮਨੁੱਖ ਦਾ ਸੁਭਾਅ। ਔਰ ਗੁਰਬਾਣੀ ਕਹਿੰਦੀ ਹੈ, ਲੋਭ ਦੇ ਅਧੀਨ ਜਦੋਂ ਕੋਈ ਸੰਬੰਧ ਬਣੇਗਾ ਤੇ ਉੱਥੇ ਉਹ ਸੰਬੰਧ ਕੇਵਲ ਬੰਦੇ ਨੂੰ ਬੰਦਾ ਨਹੀਂ ਰਹਿਣ ਦੇਗਾ, ਪਸ਼ੂ ਬਣਾ ਦੇਗਾ। ਤੇ ਦੂਜਾ ਸੰਬੰਧ ਗੁਰਬਾਣੀ ਨੇ ਕਿਹਾ ਪ੍ਰੇਮ ਦਾ ਸੰਬੰਧ। ਜਦੋਂ ਪ੍ਰੇਮ ਦਾ ਸੰਬੰਧ ਜਨਮ ਲਏਗਾ ਨਾ, ਪ੍ਰੇਮ ਮਨੁੱਖ ਨੂੰ ਇਨਸਾਨ ਬਣਾਉਂਦਾ ਹੈ। ਭਾਵੇਂ ਉਹ ਪ੍ਰੇਮ ਮਾਤਾ ਪਿਤਾ ਨਾਲ ਹੋਵੇ, ਪ੍ਰੇਮ ਗੁਰੂ ਨਾਲ ਹੋਵੇ, ਪਰਮੇਸ਼ਰ ਨਾਲ ਹੋਵੇ, ਪ੍ਰੇਮ ਮਨੁੱਖ ਨੂੰ ਇਨਸਾਨ ਬਣਾਉਂਦਾ ਹੈ। ਕਿਉਂਕਿ ਪ੍ਰੇਮ ਉਹ ਦਾਤ ਹੈ ਰੱਬੀ, ਜਿਸ ਦੇ ਵਿੱਚ ਕੋਈ ਮੰਗ ਨਹੀਂ ਰਹਿ ਜਾਂਦੀ। ਤੂੰ ਚੰਗਾ ਲੱਗਦਾ, ਤੇਰੀ ਵਿਚਾਰ ਚੰਗੀ ਲੱਗਦੀ ਹੈ, ਮੈਨੂੰ ਕੁਛ ਨਹੀਂ ਚਾਹੀਦਾ, ਉਹਨੂੰ ਕਹਿੰਦੇ ਨੇ ਪ੍ਰੇਮੀ। ਅਸੀਂ ਦੇਖਣਾ ਵੀ ਜੀਵਨ 'ਚ ਪ੍ਰੇਮ ਹੈ, ਕਿਉਂਕਿ ਫਰੀਦਾ ਜਾਂ ਲਵ ਤਾਂ ਨਹੀਂ ਕਿਆ, ਲਵ ਤਾਂ ਕੂੜਾ ਨਹੀਂ। ਜਿੱਥੇ ਲੋਭ ਹੈ ਉੱਥੇ ਪ੍ਰੇਮ ਨਹੀਂ ਹੋ ਸਕਦਾ, ਤੇ ਪ੍ਰੇਮ ਹੈ ਤੇ ਕੂੜਾ ਹੈ। ਜੇ ਕੋਈ ਵਿਖਾਵਾ ਕਰੇ ਨਾ ਪ੍ਰੇਮ ਦਾ, ਤੇ ਉਹ ਕੂੜਾ ਨਹੀਂ ਕਿਹਾ ਸਤਿਗੁਰ ਨੇ। ਕਿਉਂਕਿ ਪ੍ਰੇਮ ਦੇ ਵਿੱਚ ਤੁਸੀਂ ਗੁਰਬਾਣੀ ਸਾਰੀ ਪੜ੍ਹੋਗੇ, ਭਗਤ ਜਨਾਂ ਨੇ ਜਦੋਂ ਪ੍ਰੇਮ ਦੀ ਅਵਸਥਾ ਵਿੱਚ ਆਏ, ਜਦੋਂ ਪੂਰਨ ਪ੍ਰੇਮੀ ਬਣ ਗਏ, ਕਿਉਂਕਿ ਪ੍ਰੇਮ ਦੇ ਵਿੱਚ ਕੋਈ ਮੰਗ ਨਹੀਂ ਰਹਿੰਦੀ। ਪ੍ਰੇਮੀ ਨੂੰ ਜਿਸ ਦੇ ਨਾਲ ਉਹ ਪ੍ਰੇਮ ਕਰਦਾ ਹੈ, ਉਹ ਚੰਗਾ ਲੱਗਦਾ ਹੈ। ਇਸ ਤਰ੍ਹਾਂ ਸਿੱਖ ਨੂੰ ਗੁਰੂ, ਭਗਤ ਨੂੰ ਪਰਮਾਤਮਾ, ਕਿਉਂਕਿ ਪ੍ਰੇਮ ਹੋ ਜਾਂਦਾ ਹੈ, ਫਿਰ ਉਸ ਦਾ ਹਰ ਇੱਕ ਹੁਕਮ ਚੰਗਾ ਲੱਗਣ ਲੱਗ ਪੈਂਦਾ ਹੈ। ਤੀਜੀ ਅਵਸਥਾ ਹੈ ਸ਼ਰਧਾ ਦਾ ਸੰਬੰਧ, ਭਾਵਨਾ ਦਾ ਸੰਬੰਧ ਕਹਿ ਲਈਏ, ਯਕੀਨ ਦਾ ਸੰਬੰਧ ਕਹਿ ਲਈਏ। ਸ਼ਰਧਾ ਦਾ ਸੰਬੰਧ ਮਨੁੱਖ ਨੂੰ ਇਨਸਾਨ ਤੋਂ ਉੱਪਰ ਲੈ ਜਾਂਦਾ ਹੈ ਤੇ ਮਨੁੱਖ ਨੂੰ ਦੇਵਤਾ ਬਣਾ ਦਿੰਦਾ, ਦੈਵੀ ਗੁਣਾਂ ਨਾਲ ਭਰ ਦਿੰਦਾ। ਤੇ ਜਿਹੜਾ ਭਗਤੀ ਦਾ ਸੰਬੰਧ ਹੈ, ਉਹ ਮਨੁੱਖ ਨੂੰ ਮਨੁੱਖ ਨਹੀਂ, ਇਨਸਾਨ ਨਹੀਂ, ਦੇਵਤਾ ਨਹੀਂ, ਸਿਆਣੇ ਕਹਿੰਦੇ ਭਗਵਾਨ ਹੀ ਬਣਾ ਦਿੰਦਾ ਹੈ। ਭਗਤੀ ਕਰਕੇ ਕੋਈ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਹਰੀ ਦਾ ਜਨ ਹਰੀ ਵਰਗਾ ਹੀ ਹੋ ਜਾਂਦਾ ਹੈ। ਭਗਤੀ ਵਿੱਚ ਐਸੀ ਤਾਕਤ ਹੈ। ਇਸ ਕਰਕੇ ਅੱਜ ਦੇ ਸੰਦਰਭ ਦੇ ਵਿੱਚ ਸਤਿਗੁਰ ਆਖ ਰਹੇ ਨੇ, ਭਗਤਾਂ ਕੀ ਚਾਲ ਸੱਚੀ। ਜਿਹੜੇ ਭਗਤ ਜਨ ਨੇ, ਉਹਨਾਂ ਦੀ ਚਾਲ ਸੱਚੀ ਹੈ। ਉਹ ਸੱਚੇ ਮਾਰਗ ਨੂੰ ਚੁਣਦੇ ਨੇ। ਅਤ ਨਿਰਮਲ, ਅੰਦਰੋਂ ਅਤ ਦੇ ਨਿਰਮਲ ਹੁੰਦੇ ਨੇ, ਮੈਲ ਕੋਈ ਨਹੀਂ ਰਹਿੰਦੀ। ਜਦੋਂ ਅੰਦਰ ਨਿਰਮਲਤਾ ਆ ਗਈ ਨਾ, ਨਿਰਮਲਤਾ ਪਾਓ ਅੰਦਰ, ਜਿਹੜੀ ਸਾਡੇ ਅੰਦਰ ਹੀ ਖੋਟ ਮੁੱਕ ਜਾਏ। ਕਿਉਂਕਿ ਬਾਹਰੋਂ ਅੰਦਰ ਦੀ ਖੋਟ ਦਾ ਪਤਾ ਨਹੀਂ ਲੱਗਦਾ। ਗੁਸਤਾਖੀ ਮਾਫ਼ ਕਰਨਾ, ਬੰਦੇ ਦੀ ਗੱਲਾਂ ਤੋਂ, ਬੰਦੇ ਦੇ ਉੱਠਣ ਬੈਠਣ ਤੋਂ, ਬੰਦੇ ਦੇ ਸੰਸਾਰ ਵਿੱਚ ਵਿਚਰਨ ਤੋਂ, ਮੈਨੂੰ ਮਾਫ਼ ਕਰ ਦੇਣਾ, ਅੰਦਰ ਦੀ ਖੋਟ, ਬੰਦੇ ਅੰਦਰ ਕੀ ਲਈ ਬੈਠਾ ਨਹੀਂ ਪਤਾ ਲੱਗਦਾ। ਅੰਦਰ ਕਿੰਨਾ ਕੁ ਖੋਟਾ ਹੈ, ਛੇਤੀ ਕਰਕੇ ਨਹੀਂ ਪਤਾ ਲੱਗਦਾ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ, ਅਪਰਾਧੀ ਦੂਨਾ ਨਿਵੈ, ਜੋ ਹੰਤਾ ਮਿਰਗਾਏ, ਸੀਸ ਨਿਵਾਏ ਕਿਆ ਥੀਏ, ਜਾਂ ਹਿਰਦੈ ਕੋ ਸੁਧੇ ਜਾਏ। ਅੰਦਰ ਦਾ ਤਾਂ ਛੇਤੀ ਕਰਕੇ ਪਤਾ ਨਹੀਂ ਲੱਗਦਾ। ਪਰ ਮਾਰਕ ਨੇ ਜਦੋਂ ਕੋਈ ਭਗਤਾਂ ਦੀ ਚਾਲ ਚੱਲਦਾ ਹੈ, ਭਗਤੀ ਦੇ ਮਾਰਗ ਤੇ ਚੱਲਦਾ ਹੈ, ਉਹ ਅਤ ਦਾ ਨਿਰਮਲ ਹੋ ਜਾਂਦਾ ਹੈ। ਅਤ ਦਾ ਨਿਰਮਲ। ਫਿਰ ਮਾਰਕ ਨੇ ਨਾਮ ਸੱਚਾ ਮਨ ਪਾਇਆ। ਸੱਚਾ ਨਾਮ ਪਰਮਾਤਮਾ ਦੇ, ਉਸ ਦੇ ਮਨ ਨੂੰ ਚੰਗਾ ਲੱਗਦਾ ਹੈ। ਨਾਨਕ ਭਗਤ ਸੋਹੈ ਦਰ ਸੱਚ ਹੈ। ਉਹ ਸੱਚੇ ਦੇ ਦਰ ਤੇ ਭਗਤ ਸੋਭਦੇ ਨੇ, ਜਿਹਨੇ ਸੱਚੋ ਸੱਚ ਕਮਾਇਆ, ਜਿਨ੍ਹਾਂ ਨੇ ਸੱਚ ਦੀ ਕਮਾਈ ਕਰ ਲਈ। ਅੱਜ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਵੀ ਹੈ। ਸੱਚ ਨੂੰ ਕਮਾਉਣਾ ਹੀ ਸਭ ਤੋਂ ਔਖਾ ਹੈ। ਸੱਚ ਕਮਾਉਣਾ ਕੀ ਹੈ? ਕਿ ਜੋ ਵੀ ਗਲਤ ਹੋ ਰਿਹਾ ਹੈ, ਉਸ ਦੇ ਵਿਰੁੱਧ ਆਵਾਜ਼ ਬੁਲੰਦ ਕਰਨੀ। ਉਹੀ ਕਰ ਸਕਦਾ ਜਿਹਨੇ ਸੱਚ ਨੂੰ ਕਮਾਇਆ, ਜਿਹਨੇ ਸੱਚ ਨੂੰ ਕਮਾਇਆ। ਜਿਸਨੇ ਸੱਚ ਨਹੀਂ ਕਮਾਇਆ, ਉਹ ਸੱਚ ਦੀ ਆਵਾਜ਼ ਬੁਲੰਦ ਨਹੀਂ ਕਰ ਸਕਦਾ। ਜਿਹਨੇ ਸੱਚ ਕਮਾਇਆ, ਗੁਰੂ ਨਾਨਕ ਪਾਤਸ਼ਾਹ ਵਾਂਗ ਕਹਿ ਦਿੰਦਾ ਹੈ
कि सच की बाणी नानक आखै, सच सुनाए सी सच की वेला। सच कमाया, सच ਨੂੰ ਕਮਾਇਆ ਅੰਦਰ। ਤੇ ਜਦੋਂ ਸੱਚ ਕਮਾਇਆ, ਸੱਚ ਨਾਲ ਜੁੜੇ ਤੇ ਸੱਚ ਦੀ ਵਿਚਾਰਧਾਰਾ ਮਨੁੱਖਤਾ ਦੇ ਸਾਹਮਣੇ ਰੱਖੀ। ਇਹ ਗੱਲ ਵੱਖਰੀ ਹੈ ਕਿ ਬਾਬਰ ਦੇ ਕੈਦਖਾਨੇ ਵਿੱਚ ਵੀ ਬਾਪੂ ਨੂੰ ਸਜ਼ਾ ਦਿੱਤੀ ਗਈ। ਦੇਖੋ, ਜਿਹੜਾ ਵੀ ਰੱਬੀ ਮਾਰਗ ਤੇ ਚਲੇਗਾ, ਝੂਠ ਦਾ ਵਿਰੋਧ ਕਰੇਗਾ, ਚੌਧਰਤਾ ਦਾ ਵਿਰੋਧ ਕਰੇਗਾ, ਉਹ ਹਮੇਸ਼ਾ ਚੌਧਰਤਾ ਦੇ ਸਾਹਮਣੇ ਉਹਨਾਂ ਦੀ ਅੱਖਾਂ ਵਿੱਚ ਰੜਕਦਾ ਰਹੇਗਾ, ਹਮੇਸ਼ਾ, ਸਦਾ ਲਈ, ਦੁਨੀਆ ਜਦੋਂ ਤੱਕ ਰਹੇਗੀ। ਗੁਰੂ ਨਾਨਕ ਪਾਤਸ਼ਾਹ ਨੇ ਕਿਉਂਕਿ ਵਿਰੋਧ ਕੀਤਾ ਸੀ, ਖਰੀ ਖੋਟੀਆਂ ਸੁਣਾਈਆਂ ਸਨ। ਬਾਬਰ ਨੂੰ ਜਾਵਰ ਕਹਿਣਾ, ਕਿਉਂਕਿ ਇਹ ਗੱਲ ਕਹਿ ਦੇਣਾ ਕਿ ਪਾਪ ਕੀ ਜੰਜ ਲੈ ਕਾਬਲੁ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਇਹ ਉਹਦੇ ਮੁਖ ਤੇ ਬੋਲਣਾ ਕਿ ਤੂੰ ਪਾਪ ਦੀ ਬਰਾਤ ਲੈ ਕੇ ਆਇਆ। ਤੇਰੇ ਜਿਹੜੇ, ਤੂੰ ਇਹਨਾਂ ਦਾ ਆਗੂ ਹੈ ਇਸ ਬਰਾਤ ਦਾ, ਤੇ ਇਹ ਜਿਹੜੇ ਤੇਰੇ ਨਾਲ ਐਲਕਾਰ ਨੇ ਇਹ ਸਾਰੇ ਪਾਪ ਦੀ ਬਰਾਤ ਨੇ। ਤੂੰ ਲਾੜਾ ਹੈ ਤੇ ਇਹ ਤੇਰੇ ਨਾਲ ਜੰਜ ਤੁਰੀ ਹੋਈ ਹੈ, ਇਹ ਸਾਰੀ ਪਾਪ ਦੀ ਲੈ ਕੇ ਆਇਆ ਤੂੰ ਬਰਾਤ। ਪਾਪ ਕੀ ਜੰਜ ਲੈ ਕਾਬਲੁ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਤੂੰ ਜਿਹੜਾ ਦਾਨ ਦਹੇਜ ਮੰਗ ਰਿਹਾ ਨਾ, ਉਹ ਜ਼ੋਰ ਨਾਲ ਮੰਗ ਰਿਹਾ। ਹੁਣ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਹੀ ਕਹਿ ਸਕਦੇ ਨੇ, ਕਿਉਂਕਿ ਜਿਹੜਾ ਬੰਦਾ ਗਲਤ ਹੋਵੇ, ਜਿਹੜਾ ਬੰਦਾ ਇਨਸਾਨੀਅਤ ਦਾ ਭਲਾ ਨਾ ਕਰਦਾ ਹੋਵੇ, ਇਨਸਾਨੀਅਤ ਦਾ ਦੁਸ਼ਮਣ ਹੋਵੇ, ਮਨੁੱਖਤਾ ਦਾ ਘਾਣ ਕਰਦਾ ਹੋਵੇ, ਜਿਹੜਾ ਆਪਣੀ ਮਨਮਾਨੀ ਵਿਕਾਰਾਂ ਦੀ ਜ਼ਿੰਦਗੀ ਜਿੰਦਾ ਹੋਵੇ, ਉਸ ਵਾਸਤੇ ਇਹ ਬਚਨ ਸੁਣਨੇ ਬੜੇ ਔਖੇ ਹਨ। ਕਿਉਂਕਿ ਇਹ ਬਚਨ ਉਸ ਨੂੰ ਕਹਿਣੇ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬੋ ਰੋਲ ਕਚੋਲਾ। ਉਹਦੇ ਵਾਸਤੇ ਕੋਈ ਸੌਖਾ ਥੋੜ੍ਹੀ ਹੈ। ਜਿਨ੍ਹਾਂ ਨੇ ਜਾਤ ਪਾਤ ਦਾ ਇੱਕ ਢੋਂਗ ਰਚਿਆ ਹੋਵੇ, ਉਹਨਾਂ ਦੇ ਸਾਹਮਣੇ ਭਗਤ ਨਾਮਦੇਵ ਜੀ ਨੇ ਇਹ ਗੱਲ ਆਖੀ ਹੋਏਗੀ ਕਿ ਕਹਾਂ ਕਰੋ ਜਾਤੀ, ਕਹਾਂ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ, ਰਾਂਗਣ ਰਾਂਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ। ਕਿ ਉਹਨਾਂ ਨੂੰ ਇਹ ਗੱਲ ਪ੍ਰਵਾਨ ਹੋਈ ਕਹੇਗੀ ਵੀ ਇੱਕ ਛੋਟੀ ਜਾਤ ਵਿੱਚੋਂ ਜਨਮ ਲੈ ਕੇ ਤੇ ਹੁਣ ਜਾਤ ਪਾਤ ਦਾ ਵਿਰੋਧ ਕਰਨ ਲੱਗਿਆ। ਦੇਖੋ, ਭਗਤਾਂ ਨੇ ਕੀਤਾ ਹੈ, ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਗੁਰੂ ਸਾਹਿਬ ਜੀ ਨੇ ਔਰ ਭਗਤਾਂ ਨੇ ਇਸ ਸਾਰੀਆਂ ਚੀਜ਼ਾਂ ਦਾ ਵਿਰੋਧ ਕੀਤਾ, ਔਰ ਇਹੀ ਚਾਲ ਨਿਰਾਲੀ ਹੈ। ਪਰ ਇਹ ਕੌਣ ਕਰ ਸਕਦਾ ਹੈ? ਗੁਰੂ ਅਮਰਦਾਸ ਮਾਰਗ ਨੇ, ਜਿਨ੍ਹਾਂ ਨੇ ਸੱਚ ਨੂੰ ਕਮਾ ਲਿਆ ਜੀਵਨ ਵਿੱਚ। ਸੱਚ ਕਮਾਉਣਾ ਔਖਾ ਹੈ, ਮੈਂ ਬੇਨਤੀ ਕਰਾਂ, ਕਿਉਂਕਿ ਸੱਚ ਕਮਾਉਣਾ ਹੈ ਤਾਂ ਸਾਨੂੰ ਝੂਠ ਛੱਡਣਾ ਪੈਣਾ ਹੈ। ਸੱਚ ਕਮਾਉਣਾ ਹੈ ਤੇ ਮਨ ਦੇ ਅੰਦਰ ਜੋ ਸਾਡੇ ਅੰਦਰ ਕੂੜ ਭਰਿਆ ਹੋਇਆ ਉਹਨੂੰ ਤਿਆਗਣਾ ਪੈਣਾ। ਇਸ ਕਰਕੇ ਗੁਰੂ ਸਾਹਿਬ ਨੇ ਇੱਥੇ ਤੱਕ ਬਾਣੀ 'ਚ ਆਖਿਆ, ਸਿੱਖੋ ਕਿ ਜਿਹੜਾ ਮਨ ਦੀ ਮਤ ਹੈ, ਇਹ ਮਤ ਤਿਆਗਣੀ। ਮਨ ਦੀ ਬਣੀ ਹੋਈ ਵਿਚਾਰਧਾਰਾ, ਮਨ ਦੇ ਬਣੇ ਹੋਏ ਖਿਆਲ, ਮਨ ਦੇ ਬਣੇ ਹੋਏ ਸਿਧਾਂਤ, ਜਿਸ ਤਰ੍ਹਾਂ ਅਸੀਂ ਸੰਸਾਰ 'ਚ ਜੀ ਰਹੇ ਹਾਂ ਨਾ, ਅਸੀਂ ਕੀ ਦੇਖਦੇ ਹਾਂ ਕਿ ਆਪਣਾ ਆਲਾ ਦੁਆਲਾ ਦੇਖਦੇ ਹਾਂ, ਜਿੱਥੇ ਤੱਕ ਸਾਡੀ ਹੰਕਾਰ ਨੂੰ ਸੱਟ ਨਾ ਵੱਜੇ ਅਸੀਂ ਉਹਨਾਂ ਦਾ ਸਾਥ ਮੰਗਦੇ ਹਾਂ ਵੀ ਕੋਈ ਸਾਡੇ ਹੰਕਾਰ ਨੂੰ ਸੱਟ ਨਾ ਮਾਰੇ। ਸਾਡੀ ਕਿਸੇ ਨਾਲ ਉੱਥੇ ਤੱਕ ਹੀ ਬਣਦੀ ਹੈ ਸੰਸਾਰ ਵਿੱਚ, ਭਾਵੇਂ ਸਾਡਾ ਭਰਾ ਹੋਵੇ, ਮਾਤਾ ਪਿਤਾ ਹੋਣ, ਸਾਡਾ ਆਲਾ ਦੁਆਲਾ ਹੋਵੇ, ਸਮਾਜ ਹੋਵੇ, ਗੁਰੂ ਹੋਵੇ, ਪਰਮੇਸ਼ਰ ਹੋਵੇ, ਜਿੱਥੇ ਤੱਕ ਸਾਡੀ ਮਤ ਨਹੀਂ ਮਰਦੀ, ਜਿੱਥੇ ਸਾਡੀ ਮਤ ਦੇ ਉੱਤੇ ਕੋਈ ਸੱਟ ਮਾਰੇ, ਚਾਹੇ ਭਾਵੇਂ ਸਗਾ ਭਰਾ ਹੋਵੇ, ਮਾਤਾ ਪਿਤਾ ਹੋਣ, ਰਿਸ਼ਤੇਦਾਰ ਕੋਈ ਹੋਵੇ, ਉੱਥੇ ਅਸੀਂ ਕਹਿੰਦੇ ਸਾਡੀ ਬਣਦੀ ਨਹੀਂ ਹੈ। ਕਿਉਂ ਨਹੀਂ ਬਣ ਰਹੀ? ਕਿਉਂਕਿ ਉਹ ਸਾਡੇ ਹੰਕਾਰ ਦੇ ਉੱਤੇ ਸੱਟ ਮਾਰ ਰਹੇ ਹਨ। ਹੰਕਾਰ ਦੇ ਵਿੱਚ ਵਡਾਵਾ ਦੇਣ ਵਾਲਿਆਂ ਨੂੰ ਅਸੀਂ ਪਿਆਰ ਕਰਦੇ ਹਾਂ। ਜਿਹੜਾ ਸਾਡੇ ਹੰਕਾਰ ਨੂੰ ਹੋਰ ਵਧਾਵੇ ਨਾ, ਅਹੰਕਾਰ ਨੂੰ ਹੋਰ ਪੱਠੇ ਪਾਵੇ, ਅਸੀਂ ਉਹਦਾ ਸਾਥ ਦਿੰਦੇ ਕਿ ਹਾਂ ਇਹ ਬੰਦਾ ਵਧੀਆ ਹੈ, ਬਹੁਤ ਵਧੀਆ ਇਨਸਾਨ ਹੈ, ਕਿਉਂਕਿ ਇਹ ਮੇਰੇ ਹੱਕ ਵਿੱਚ ਮੇਰੀ ਵਿਚਾਰਧਾਰਾ ਦੇ ਨਾਲ ਇਹ ਹਾਮੀ ਭਰਦਾ ਹੈ। ਪਰ ਜਿੱਥੇ ਕਿ ਜਿਹੜੀ ਝੂਠੀ ਵਿਚਾਰਧਾਰਾ, ਕੂੜੀ ਵਿਚਾਰਧਾਰਾ, ਸੰਸਾਰੀ ਧਨ ਪਦਾਰਥਾਂ ਵਿੱਚ ਗਲਤਾਨ ਹੋਏ ਮਨੁੱਖ ਦੀ ਵਿਚਾਰਧਾਰਾ, ਭਗਤਾਂ ਨੇ ਉਸ ਨੂੰ ਪ੍ਰਵਾਨ ਨਹੀਂ ਕੀਤਾ। ਇਸ ਕਰਕੇ ਸਾਨੂੰ ਵੀ ਗੁਰਦੇਵ ਪਿਤਾ ਨੇ ਆਖਿਆ ਕਿ ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਣੀ ਵੀ ਕਹਿ ਦਿੱਤਾ। ਇਤਨਾ ਸੌਖਾ ਤਾਂ ਨਹੀਂ ਵੀ ਆਪਣੇ ਮਤ ਦੀ ਬਣੀ ਹੋਈ ਇੱਕ ਵਿਚਾਰਧਾਰਾ, ਜਿਸ ਤਰ੍ਹਾਂ ਦਾ ਅਸੀਂ ਚਾਹੁੰਦੇ ਹਾਂ ਉੱਦਾਂ ਦਾ ਆਲਾ ਦੁਆਲਾ ਬਣਾ ਲਿਆ ਸੀ,
ਉੱਦਾਂ ਦਾ ਫਰੈਂਡ ਸਰਕਲ ਜਾਂ ਸਮਾਜ ਸਿਰਜ ਲਿਆ ਹੈ। ਜੇ ਉਹ ਗੁਰੂ ਸਾਹਿਬ ਕਹਿਣ ਵੀ ਇਹ ਤਾਂ ਗਲਤ ਹੈ ਤੇ ਸਾਨੂੰ ਗੁਰੂ ਵੀ ਚੰਗਾ ਨਹੀਂ ਲੱਗੇਗਾ। ਇੱਕ ਵਾਰ ਉਚਾਰਨ ਕਰੋ ਸਤਿਨਾਮ। ਸਾਨੂੰ ਇਹ ਗੱਲ ਕਹਿਣ ਵਾਲਾ ਵੀ ਚੰਗਾ ਨਹੀਂ ਲੱਗੇਗਾ, ਕਿਉਂਕਿ ਅਸੀਂ ਕਿੱਦਾਂ ਦਾ ਦਾਇਰਾ ਸਿਰਜ ਲਿਆ ਆਪਣੇ ਅੰਦਰ ਮਾਈਂਡ ਦੇ ਵਿੱਚ। ਤੇ ਗੁਰੂ ਸਾਹਿਬ ਨੇ ਕਿਉਂ ਕਿਹਾ ਕਿ ਮਨ ਕੀ ਮਤ ਤਿਆਗੋ ਹਰਜਨ ਨਾਲ ਆਖਿਆ ਇਹ ਬਾਤ ਕਠਿਨੀ। ਮਹਾਰਾਜ ਤਿਆਗੀ ਕਿਵੇਂ ਜਾ ਸਕਦੇ? ਤੁਸੀਂ ਜਦੋਂ ਕਹਿ ਰਹੇ ਹੋ ਬੜੀ ਕਠਿਨ ਕੰਮ ਹੈ, ਬੜਾ ਔਖਾ ਕੰਮ ਹੈ, ਤਿਆਗਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਇੱਕ ਤਰੀਕਾ ਹੈ, ਜੁਗਤ ਹੈ। ਮਹਾਰਾਜ ਦੱਸੋ। ਕਹਿੰਦੇ ਅਨਦਿਨ ਹਰ ਹਰ ਨਾਮ ਧਿਆਵੋ। ਅਨਦਿਨ ਦਾ ਅਰਥ ਹੈ ਦਿਨ ਰਾਤ, ਹਰ ਵੇਲੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਵੋ ਪਾਓ। ਗੁਰੂ ਕੇ ਸਿਧਾਂਤ ਨੂੰ ਯਾਦ ਕਰੋ, ਗੁਰੂ ਦੇ ਸਿਧਾਂਤ ਨੂੰ ਸਮਝੋ। ਸੌਖਾ ਕਰ ਦੇਵਾਂ ਤੁਹਾਡੇ ਵਾਸਤੇ। ਅਨਦਿਨ ਹਰ ਹਰ ਨਾਮ ਧਿਆਵੋ, ਗੁਰ ਸਤਿਗੁਰ ਕੀ ਮਤ ਲੈਣੀ। ਗੁਰ ਸਤਿਗੁਰ ਦੀ ਮਤ ਗ੍ਰਹਿਣ ਕਰਨੀ, ਜਿਹਨੂੰ ਗੁਰੂ ਰਾਮਦਾਸ ਜੀ ਆਖਦੇ ਨੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹਰੀ ਪਰਮਾਤਮਾ ਦੀ ਕਥਾ ਨਿਰਾਲੀ ਤਬਦੀਲੀ ਲੈ ਕੇ ਆਏਗੀ। ਪਰ ਜੋ ਗੁਰੂ ਆਖਦਾ ਸਿੱਖ ਨੇ ਉਹਨੂੰ ਭਲਾ ਕਰਕੇ ਮੰਨਣਾ। ਪਰ ਔਖਾ ਇਹ ਹੈ ਕਿ ਉਸ ਨੂੰ ਭਲਾ ਕਰਕੇ ਨਹੀਂ ਮੰਨਿਆ ਜਾਂਦਾ। ਜਿੱਥੇ ਤੱਕ ਸਾਡਾ ਹੰਕਾਰ ਨਹੀਂ ਬਣਦਾ, ਉਹ ਵਾਲੇ ਸ਼ਬਦ ਅਸੀਂ ਸੁਣ ਲੈਂਦੇ ਹਾਂ। ਇਸ ਕਰਕੇ ਮੈਂ ਦੇਖਦਾ ਕਿ ਤਕਰੀਬਨ ਘਰਾਂ ਦੇ ਵਿੱਚ ਲੱਖ ਖੁਸ਼ੀਆਂ ਪਾਤਸ਼ਾਹ ਸੁਣਾ ਦਿਓ ਜੀ, ਜੋ ਮੰਗੇ ਠਾਕੁਰ ਆਪਣੇ ਤੇ ਸੁਣਾ ਦਿਓ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੁਣਾ ਦਿਓ। ਤੇ ਬਾਕੀ ਸ਼ਬਦ ਕਿੱਥੇ ਜਾਣਗੇ? ਬਾਕੀ ਕੌਣ ਪੜ੍ਹੇਗਾ, ਕੌਣ ਵਿਚਾਰੇਗਾ? ਬਾਕੀ ਬਾਣੀ ਕਿਸ ਵਾਸਤੇ ਹੈ? ਜੇ ਆਪਾਂ 4-5 ਸ਼ਬਦ ਅੱਜ ਸਾਡੇ ਸਮਾਜ ਦੇ ਵਿੱਚ ਜਿਸ ਘਰ 'ਚ ਜਾਓ, ਜਿੱਥੇ ਕੀਰਤਨ ਹੋ ਰਿਹਾ, ਇਹ 4-5 ਤੋਂ 6ਵਾਂ ਸ਼ਬਦ ਕਿਤੇ ਨਜ਼ਰ ਨਹੀਂ ਆ ਰਿਹਾ। ਤੇ ਬਾਕੀ ਬਾਣੀ ਦਾ ਸੰਦੇਸ਼ ਜਿਹੜਾ ਸੀ ਲੋਕਾਂ ਤੱਕ ਪਹੁੰਚਾਉਣਾ ਸੀ, ਜੋ ਪ੍ਰਚਾਰ ਕਰਨਾ ਸੀ, ਕੌਣ ਕਰੇਗਾ ਸਰ? ਕਦੀ ਵਿਚਾਰ ਕਰਕੇ ਵੇਖੋ। ਕਿਉਂਕਿ ਇੱਥੇ ਸਾਡੀ ਮਤ ਨਾਲ ਜੁੜੀ ਹੋਈ ਹੈ। ਸਾਡੀ ਮਤ ਇਸ ਦੇ ਆਲੇ ਦੁਆਲੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਤੱਕ ਸੀਮਤ ਹੈ, ਜੋ ਕਿ ਇਹਦਾ ਮੂਲ ਸਿਧਾਂਤ ਇਹ ਨਹੀਂ ਹੈ। ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਇਹਦਾ ਮੂਲ ਸਿਧਾਂਤ ਇਹ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਦਾ ਸਿਧਾਂਤ ਨਹੀਂ ਹੈ। ਇਹਦਾ ਮੇਨ ਥੀਮ ਰਾਹੋ ਦਾ ਪਤਾ ਇਹ ਹੈ। ਪਰ ਕਿਹੜਾ ਪੜ੍ਹ ਰਿਹਾ ਰਾਹੋ ਦਾ ਪਤਾ? ਅਸੀਂ ਕਿਉਂਕਿ ਕਹਿੰਦੇ ਹੀ ਲੱਖ ਖੁਸ਼ੀਆਂ ਪੜ੍ਹੋ ਤੇ ਰਾਗੀ ਨੇ ਲੱਖ ਖੁਸ਼ੀਆਂ ਤੇ ਹੀ ਪੜ੍ਹ ਲੈਣਾ। ਜਿਤਨੇ ਭੋਗ ਪੈਂਦੇ ਨੇ 4-5 ਸ਼ਬਦ ਤੋਂ ਜ਼ਿਆਦਾ ਮੈਂ ਸ਼ਬਦ ਨਹੀਂ ਸੁਣਦਾ। ਕਿ ਉਹ 4-5 ਸ਼ਬਦ ਹੀ ਨੇ? 4-5 ਸ਼ਬਦ ਕੇਵਲ। ਅਬ ਕੀ ਵਾਰ ਬਖਸ਼ ਬੰਦੇ ਕੋ ਪੜ੍ਹਿਆ ਜਾਂਦਾ ਹੈ, ਜਾਂ ਪੜ੍ਹਿਆ ਜਾਂਦਾ ਹੈ ਕਹਿੰਦੇ ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਪੜ੍ਹਿਆ ਜਾਂਦਾ ਹੈ। ਇਸ ਤੋਂ ਅੱਗੇ ਹੋਰ ਗੱਲ ਤੇਰਾ ਕੀਆ ਮਿੱਠਾ ਲੱਗੇ ਪੜ੍ਹਿਆ ਜਾਂਦਾ ਹੈ। ਭਾਵੇਂ ਪਤਾ ਨਾ ਵੀ ਹੋਵੇ, ਬਾਬਾ ਬੋਲਤੇ ਤੇ ਖਾਂਗੇ, ਸਿਧਾਂਤ ਕੀ ਹੈ ਪਤਾ ਹੀ ਨਹੀਂ, ਪਰ ਪੜ੍ਹਿਆ ਜਾ ਰਿਹਾ। ਮੈਂ ਕਈ ਵਾਰੀ ਰਾਗਿਆਂ ਨੂੰ ਪੁੱਛ ਲੈਂਦਾ, ਭਾਈ ਇਹ ਪੜ੍ਹਿਆ ਕੀ ਅਰਥ ਕੀ ਨੇ? ਕਿ ਜੀ ਸਾਨੂੰ ਤਾਂ ਸੰਗਤ ਨੇ ਕਿਹਾ ਸੀ ਪੜ੍ਹ ਦਿੱਤਾ। ਉਹ ਗੱਲ ਤਾਂ ਮੰਨਦੀ ਹੈ ਕਿ ਬਾਬਾ ਦਾ ਅਰਥ ਹੈ ਹੇ ਭਾਈ ਬੋਲਤੇ ਥੇ ਕਹਾਂ ਗਏ। ਜਦੋਂ ਮਨ ਦੇ ਅੰਦਰ ਮਾਇਆ ਦੇ ਬੋਲ ਬੁਲਾਰੇ ਸਨ, ਹੁਣ ਉਹ ਕਿੱਥੇ ਚਲੇ ਗਏ? ਹੁਣ ਗੱਲ ਤਾਂ ਕੋਈ ਹੋਰ ਚੱਲ ਰਹੀ ਸੀ, ਅੰਦਰ ਸਿਧਾਂਤ ਕੋਈ ਹੋਰ ਸੀ, ਪਰ ਅਸੀਂ ਬੰਦੇ ਨਾਲ ਜੋੜ ਕੇ ਅੱਖਾਂ ਦੇ ਵਿੱਚੋਂ ਅਥਰੂ ਵਗਾਏ ਪੂਰੇ ਵੀ ਦੇਖੋ ਸਾਡਾ ਬਾਬਾ ਚਲਾ ਗਿਆ। ਉਹ ਬੋਲਦਾ ਸੀ, ਸਾਡੇ ਨਾਲ ਗੱਲਾਂ ਬਾਤਾਂ ਕਰਦਾ ਸੀ। ਤਕਰੀਬਨ ਸੰਗਤ ਆ ਕੇ ਮੈਂ ਦੇਖਦਾ ਕਿ ਨਾ ਇਹ ਵਾਲਾ ਸ਼ਬਦ ਰਾਗੀ ਸਿੰਘਾਂ ਨੂੰ ਕਹਿੰਦੇ ਨੇ ਵੀ ਬਾਬਾ ਬੋਲਤੇ ਤੇ ਕਾਂ। ਕਈ ਵਾਰ ਤਾਂ ਬੀਬੀਆਂ ਜਾਣ ਤੇ ਤਾਂ ਵੀ ਕਹਿੰਦੇ ਇਹ ਵਾਲਾ ਸ਼ਬਦ ਪੜ੍ਹ ਦੇਣਾ। ਭਾਵੇਂ ਬੀਬੀ ਜਾਵੇ ਬੀਬਾ ਜਾਵੇ, ਦੋਨਾਂ ਨਾਲ ਹੀ ਕੋਈ ਸੰਬੰਧ ਨਹੀਂ। ਸ਼ਬਦ ਤਾਂ ਜੀਵਨ ਜੀਉਣ ਦੇ ਨਾਲ ਹੈ, ਜੀਵਨ ਜਾਂਚ ਦੇ ਨਾਲ ਸੰਬੰਧ ਹੈ ਇਸਦਾ। ਕਿ ਮੈਂ ਹੁਣ ਜੀਵਨ ਦੀ ਜਾਂਚ ਭਗਤ ਜੀ ਕਹਿੰਦੇ ਸਿੱਖ ਲਈ ਹੈ ਕਿ ਜੋ ਮਾਇਆ ਦੇ ਬੋਲ ਬੁਲਾਰੇ ਸਨ ਨਾ, ਉਹ ਮੇਰੇ ਜੀਵਨ 'ਚੋਂ ਪਾਸੇ ਹੋ ਗਏ। ਗੁਰੂ ਸਾਹਿਬ ਕਹਿੰਦੇ ਜਿਹੜੀ ਭਗਤਾਂ ਦੀ ਚਾਲ ਹੈ, ਰੱਬੀ ਪਿਆਰਿਆਂ ਦੀ ਚਾਲ ਹੈ, ਉਹ ਇਹ ਹੈ ਕਿ ਉਹਨਾਂ ਨੇ ਸੱਚ ਨੂੰ ਕਮਾਇਆ। ਤੇ ਹਰ ਭਗਤਾਂ ਕੀ ਜਾਤ ਪਰ ਹੈ, ਤੇ ਭਗਤ ਹਰ ਕਹਿ ਨਾਮ ਸਮਾਣੇ ਰਾਮ। ਭਗਤਾਂ ਦੀ ਜਾਤ ਪਤ ਕੀ ਹੈ? ਹਰੀ ਪਰਮਾਤਮਾ ਦਾ ਸਿਧਾਂਤ, ਰੱਬੀ ਨੇਮ 'ਚ ਰਹਿਣਾ ਉਹਨਾਂ ਦੀ ਜਾਤ ਹੈ। ਉਹਨਾਂ ਦੀ ਕੁਲ ਕੀ ਹੈ? ਰੱਬੀ ਨੇਮ 'ਚ ਰਹਿਣਾ। ਹਰੀ ਪਰਮਾਤਮਾ ਹੀ ਉਹਨਾਂ ਦੀ ਜਾਤ ਹੈ, ਹਰੀ ਪਰਮਾਤਮਾ ਹੀ ਉਹਨਾਂ ਦੀ ਕੁਲ ਹੈ। ਤੇ ਅਸੀਂ ਤੇ ਆਪਣੇ ਕੁਲ ਤੋਂ ਅੱਗੇ ਨਹੀਂ ਜਾ ਰਹੇ। ਦੇਖੋ ਸਾਡੀ ਸੋਚ ਕਿਤੇ ਨਾ ਕਿਤੇ ਆ ਕੇ ਰੁਕ ਗਈ ਹੈ। ਉਸ ਸੋਚ ਨੂੰ ਸਾਨੂੰ ਬਦਲਣਾ ਪਏਗਾ। ਇਸ ਕਰਕੇ ਮਹਾਰਾਜ ਨੇ ਫਿਰ ਸਾਡੇ ਮਨ ਦੀ ਦਸ਼ਾ ਨੂੰ ਦੱਸਿਆ ਕਿ ਸਾਨੂੰ ਇਹ ਸਮਝਣਾ ਪਏਗਾ ਕਿ ਭਗਤਾਂ ਦੀ ਨਿਰਾਲੀ ਵੱਖਰੀ ਅਨੋਖੀ ਰਹੋ ਰੀਤ ਕੀ ਹੈ। ਜਿਹੜੇ ਭਗਤ ਜਨ ਨੇ, ਜਿਹੜੇ ਰੱਬੀ ਪਿਆਰ ਵਾਲੇ ਨੇ, ਉਹਨਾਂ ਦੀ ਸਾਡੇ ਨਾਲੋਂ ਅਨੋਖੀ ਰਹੋ ਰੀਤ ਕੀ ਹੈ।
ਸਾਡੀ ਰਹੁ ਰੀਤ ਕੀ ਹੈ ਅਤੇ ਉਹਨਾਂ ਦੀ ਕੀ ਹੈ। ਸਾਡੀ ਤਾਂ ਸਮਝ ਆ ਗਈ ਵੀ ਸਾਡੀ ਰਹੁ ਰੀਤ ਇਹ ਹੈ, ਹੋਮਣ ਵਾਲੀ ਹੈ। ਹੰਕਾਰ ਨੂੰ ਜਿੱਥੇ ਵਡਾਵਾ ਮਿਲੇ ਉੱਥੇ ਅਸੀਂ ਖੁਸ਼ ਹੁੰਦੇ ਹਾਂ। ਪਰ ਭਗਤ ਕੋਈ ਉਹਨਾਂ ਦੀ ਉਪਮਾ ਕਰੇ, ਉਹਨਾਂ ਦੀ ਮਹਿਮਾ ਗਾਇਨ ਕਰੇ, ਭਗਤਾਂ ਦੇ ਉੱਤੇ ਰੱਤਾ ਪਰ ਵੀ ਕੋਈ ਫਰਕ ਨਹੀਂ। ਉਹ ਤਾਂ ਕਹਿੰਦੇ ਨੇ ਕਿ ਸੰਸਾਰ ਦੀ ਮੈਨੂੰ ਕੋਈ ਪਰਵਾਹ ਨਹੀਂ, ਲੋਕਨ ਕੀ ਚਤਰਾਈ ਉਪਮਾ ਤੇ ਵਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ। ਅਸੀਂ ਤਾਂ ਇੱਥੇ ਤੱਕ ਹੀ ਰੁਕ ਗਏ ਵੀ ਕੋਈ ਸਾਨੂੰ ਭਲਾ ਕਹਿ ਰਿਹਾ, ਅਸੀਂ ਰੁਕ ਗਏ ਇੱਥੇ ਤੱਕ ਕਿ ਉਸਨੇ ਮੈਨੂੰ ਬੁਰਾ ਕਹਿ ਦਿੱਤਾ, ਔਰ ਅਸੀਂ ਕਈ ਸਾਲ ਯਾਦ ਰੱਖਦੇ ਹਾਂ। ਕਿਸੇ ਦਾ ਇੱਕ ਕਹਿਆ ਹੋਇਆ ਵਚਨ ਅਸੀਂ ਕਈ ਸਾਲ ਤੱਕ ਨਹੀਂ ਭੁੱਲਦੇ। ਗੁਰੂ ਦੀ ਕਹੀ ਸਿੱਖਿਆ ਹੁਣ ਸੁਣਾਂਗੇ, ਗੁਰਦੁਆਰੇ ਤੋਂ ਬਾਹਰ ਨਿਕਲਾਂਗੇ ਭੁੱਲ ਜਾਵਾਂਗੇ। ਇਹ ਸਾਡੀ ਅੰਦਰ ਦੀ ਮਨੋਦਸ਼ਾ ਹੈ। ਇਸ ਕਰਕੇ ਭਗਤ ਜੀ ਆਖ ਰਹੇ ਨੇ ਕਿ ਭਗਤਾਂ ਦੀ ਨਿਰਾਲੀ ਚਾਲ ਕੀ ਹੈ, ਕਿਉਂਕਿ ਉਹ ਵਿਖਮ ਜੀਵਨ ਤੋੜ ਦਾ ਜ਼ਿਕਰ ਕਰਦੇ ਹਨ ਆਪਣੀ ਵਿਚਾਰਧਾਰਾ ਵਿੱਚ। ਉਹਨਾਂ ਦੇ ਮਾਰਗ ਨੂੰ ਡਾਢਾ ਕਠਿਨ ਦੱਸਿਆ ਹੈ ਸਤਿਗੁਰ ਨੇ, ਕਿਉਂਕਿ ਇਸ ਲਈ ਉਹ ਸੱਚੇ ਅਥਵਾ ਪ੍ਰਭੂ ਪੰਥ ਦੇ ਧਾਰਨੀ ਹੁੰਦੇ ਹਨ, ਵਾਹਿਗੁਰੂ ਦੇ ਰਸਤੇ 'ਤੇ ਚੱਲਦੇ ਹਨ। ਉਹਨਾਂ ਦਾ ਪੰਥ ਰੱਬੀ ਪੰਥ ਹੈ, ਜਿਹਨੂੰ ਭਾਈ ਗੁਰਦਾਸ ਨੇ ਲਿਖਿਆ ਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜੇ ਨਿਰਮਲ ਪੰਥ ਚਲਾਇਆ, ਨਿਰਮਲ ਪੰਥ ਕਿਹੜਾ ਹੋ ਸਕਦਾ ਜਿਹਦੇ ਵਿੱਚ ਅਸੀਂ ਕਿਸੇ ਦਾ ਬੁਰਾ ਨਾ ਕਰੀਏ, ਕਿਸੇ ਦਾ ਬੁਰਾ ਨਾ ਮੰਗੀਏ, ਕਿਸੇ ਨੂੰ ਛੋਟਾ ਨਾ ਸਮਝੀਏ, ਕਿਸੇ ਨੂੰ ਤੰਗ ਨਾ ਕਰੀਏ, ਕਿਸੇ ਨੂੰ ਦੁਖੀ ਨਾ। ਉਹ ਨਿਰਮਲ ਪੰਥ ਹੋ ਸਕਦਾ ਨਾ। ਜਾਂ ਜਿਸ ਤਰ੍ਹਾਂ ਦਾ ਅਸੀਂ ਨਿਰਮਲ ਪੰਥ ਕਹਿ ਕੇ ਔਰ ਜਿਸ ਤਰ੍ਹਾਂ ਕਰ ਰਹੇ ਹਾਂ, ਜਿਸ ਤਰ੍ਹਾਂ ਜੀ ਰਹੇ ਹਾਂ, ਇਹ ਵੀ ਨਿਰਮਲ ਪੰਥ ਹੋ ਸਕਦਾ। ਇਸ ਕਰਕੇ ਗੁਰੂ ਪਿਤਾ ਜੀ ਕਹਿੰਦੇ ਨੇ ਕਿ ਉਹਨਾਂ ਦੀ ਚਾਲ ਇੰਨੀ ਕੁ ਵੱਖਰੀ ਹੋ ਜਾਂਦੀ ਹੈ। ਉਹ ਇਸ ਰਾਹ 'ਤੇ ਜਦੋਂ ਤੁਰਦੇ ਨੇ ਨਾ, ਉਹ ਕੀ ਕਰਦੇ ਨੇ, ਆਪਣੇ ਜੀਵਨ 'ਚ ਈਰਖਾ, ਦੁਐਤ, ਤ੍ਰਿਸ਼ਨਾ ਨੂੰ ਤਿਆਗਣਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਵਸ ਵਿੱਚ ਕਰਨਾ, ਇਹ ਉਹਨਾਂ ਦੇ ਜੀਵਨ ਦਾ ਇੱਕ ਮਕਸਦ ਹੈ, ਮਨੋਰਥ ਹੈ ਭਗਤਾਂ ਦਾ। ਔਰ ਸਾਨੂੰ ਵੀ ਇਹੀ ਮਕਸਦ ਗੁਰਬਾਣੀ ਨੇ ਸਿਖਾਇਆ। ਅਸੀਂ ਵੀ ਉਸੇ ਹੀ ਰਾਹ ਦੇ ਪੰਥ ਹੀ ਹਾਂ, ਜਿਹੜਾ ਰਾਹ ਗੁਰੂ ਅਮਰਦਾਸ ਮਹਾਰਾਜ ਇੱਥੇ ਪੌੜੀ 'ਚ ਦਰਸਾ ਰਹੇ ਹਨ। ਜਾਂ ਮੈਂ ਦੂਜੇ ਸ਼ਬਦਾਂ ਵਿੱਚ ਕਹਿ ਲਵਾਂ ਕਿ ਉਸ ਨੂੰ ਮਨ ਦੇ ਵਿੱਚੋਂ ਜਿਹੜੇ ਵਿਕਾਰ ਨੇ ਉਹਨਾਂ ਨੂੰ ਜੜੋਂ ਪੁੱਟਣਾ। ਅਸੀਂ ਮਨੋਂ ਤਾਂ ਪੁੱਟ ਹੀ ਨਹੀਂ ਰਹੇ। ਉਸ ਨੂੰ ਗੁਰੂ ਸਾਹਿਬ ਨੇ ਮਨ ਜਿੱਤਣਾ ਵੀ ਕਿਹਾ, ਮਨ ਜੀਤੈ ਜਗਜੀਤ ਵੀ ਕਿਹਾ, ਆਤਮ ਜਿਣੇ ਸਗਲ ਵਸਤਾ ਕੇ ਵੀ ਕਿਹਾ। ਗੁਰਬਾਣੀ ਦੇ ਦੇਖੋ ਛੋਟੇ ਛੋਟੇ ਨੁਕਤੇ ਫੜੋ। ਕਿਤੇ ਕਹਿ ਰਹੇ ਨੇ ਕਿ ਮਨ ਜੀਤੈ ਜਗਜੀਤ ਕਹਿ ਰਹੇ ਨੇ, ਕਿਤੇ ਆਤਮ ਜਿਣੇ ਸਗਲ ਵਸਤਾ ਕੇ ਕਹਿ ਰਹੇ ਨੇ ਸਤਿਗੁਰੂ। ਕਿਉਂਕਿ ਅਸਲ ਦੇ ਅੰਦਰ ਗੁਰੂ ਆਗਿਆ ਦੇ ਅਧੀਨ ਸੰਸਾਰ 'ਚ ਤੁਰਨਾ, ਗੁਰੂ ਆਗਿਆ ਅਧੀਨ, ਇਹੀ ਅਸਲ ਵਿੱਚ ਸਿੱਖੀ ਦਾ ਜੇਤੂ ਹੋਣਾ ਹੈ। ਸਿੱਖ ਦਾ ਜੇਤੂ ਹੋਣਾ। ਭਗਤ ਉਸ ਦਿਨ ਜਿੱਤਦਾ ਹੈ ਜਿਹਨਾਂ ਉਹ ਗੁਰੂ ਕੀ ਆਗਿਆ ਵਿੱਚ ਚੱਲ ਕੇ ਆਪਣੇ ਮਨ ਨੂੰ ਵਸ ਵਿੱਚ ਕਰ ਲੈਂਦਾ ਹੈ, ਮਨ ਕਾਬੂ ਵਿੱਚ ਕਰ ਲੈਂਦਾ ਹੈ। ਕਿਉਂਕਿ ਮਨ ਕਾਬੂ ਨਹੀਂ ਹੈ ਤਾਂ ਇਹ ਮਨ ਸਾਡੇ ਜੀਵਨ ਦੇ ਸ਼ੁਭ ਗੁਣਾਂ ਦਾ ਉਜਾੜਾ ਕਰੇਗਾ। ਇਹ ਸੱਚਾਈ ਹੈ। ਤਾਂ ਹੀ ਗੁਰਬਾਣੀ ਕਹਿੰਦੀ ਕਿ ਮਨ ਦੀ ਅੰਦਰ ਦੀ ਹਾਲਤ ਨੂੰ ਸਮਝ, ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰ ਕਾ ਪੈਖਰ ਤੋ ਛੁਟੈ ਜੋ ਉੱਪਰ ਲਾਦਾ। ਭਾਵੇਂ ਉਦਾਹਰਨਾਂ ਸੰਸਾਰੀ ਦੇ ਕੇ ਸਾਡੇ ਮਨ ਨੂੰ ਉਸ ਦੇ ਨਾਲ ਤੁਲਨਾ ਕਰਕੇ ਦੱਸਿਆ ਵੀ ਮਨ ਦੀ ਹਾਲਤ ਮੈਨੂੰ ਦੱਸਿਆ ਇੱਦਾਂ ਦੀ ਹੈ, ਖੋਤੇ ਵਰਗੀ। ਖੋਤੇ ਦੇ ਉੱਤੇ ਜਦੋਂ ਤੱਕ ਵਜ਼ਨ ਨਹੀਂ ਲੱਦਿਆ ਜਾਂਦਾ ਉਦੋਂ ਤੱਕ ਇਹ ਦੌੜਦਾ ਹੈ। ਮਨ ਦੇ ਉੱਤੇ ਕਿਹੜਾ ਵਜ਼ਨ ਲੱਗਣਾ? ਗੁਰੂ ਕੀ ਵਿਚਾਰ, ਗੁਰੂ ਕੀ ਸਿੱਖਿਆ, ਗੁਰੂ ਕੇ ਸਿਧਾਂਤ ਦਾ ਵਜ਼ਨ ਪਾਉਣਾ ਹੈ ਕਿ ਮਨਾਂ ਤੂੰ ਗੁਰੂ ਕੇ ਸਿਧਾਂਤ 'ਚ ਰਹਿਣਾ ਹੈ, ਗੁਰੂ ਕੀ ਸਿੱਖਿਆ ਦੇ ਵਿੱਚ ਰਹਿਣਾ ਹੈ। ਕਿਉਂਕਿ ਭਗਤੀ ਦਾ ਮਾਰਗ ਉਹ ਹੈ ਜਿੱਥੇ ਕਿ ਪੰਡਿਤ, ਸੂਰ, ਛਤਰਪਤ, ਰਾਜਾ, ਭਗਤ ਬਰਾਬਰ ਔਰ ਨਾ ਕੋਈ। ਭਗਤ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਜਿਸ ਮਾਰਗ ਨੂੰ ਤੁਸੀਂ ਚੁਣਿਆ ਹੈ, ਜਿਸ ਸਿੱਖੀ ਵਾਸਤੇ ਤੁਸੀਂ ਗੁਰੂ ਚਰਨਾਂ 'ਚ ਆਉਂਦੇ ਹੋ, ਇਹ ਉਹ ਮਾਰਗ ਹੈ ਜਿੱਥੇ ਕਿ ਜੀਵਨ ਦੇ ਵਿੱਚ ਤੁਸੀਂ ਇਸ ਕਰਕੇ ਜਿਉਣਾ ਹੈ, ਇਤਨਾ ਕੋ ਬੋਲਣਾ ਹੈ ਕਿ ਸੰਤਨ ਸੋ ਬੋਲੇ ਉਪਕਾਰੀ, ਮੂਰਖ ਸੋ ਬੋਲੇ ਝਕਮਾਰੀ। ਤੁਹਾਨੂੰ ਯਾਦ ਰਹਿਣੀ ਚਾਹੀਦੀ ਜੀ ਵੀ ਚੰਗੇ ਕੰਮਾਂ ਵਾਸਤੇ ਬੋਲਣਾ ਮੇਰਾ ਪਰਉਪਕਾਰ ਦਾ ਕੰਮ ਹੈ। ਪਰ ਜੇ ਮੈਂ ਆਪਣੀ ਬੋਲੀ ਦੇ ਵਿੱਚੋਂ ਕਿਸੇ ਮੂਰਖ ਦੇ ਨਾਲ ਬੋਲ ਰਿਹਾ ਹਾਂ ਅਤੇ ਝਕ ਮਾਰ ਰਿਹਾ ਹਾਂ,
ਗੁਰੂ ਸਾਹਿਬ ਨੇ ਸਾਨੂੰ ਰੋਕਿਆ ਹੈ, ਮੂਰਖ ਹੈ ਨਾਲ ਨਾ ਲੁੱਝੀਐ, ਪੜਿਆ ਹੋਵੇ ਗੁਨਾਹਗਾਰ ਤਾਂ ਉਵੇਂ ਸਾਧਨਾ ਮਾਰੀਐ। ਆਸਾ ਕੀ ਵਾਰ ਸੁਣਦੇ ਤੁਸੀਂ ਰੋਜ਼। ਗੁਰੂ ਸਾਹਿਬ ਜੀ ਨੇ ਸਾਨੂੰ ਜੀਵਨ ਜਿਉਣ ਦਾ ਜੁਗਤ ਦੱਸੀ ਹੈ, ਕਿਉਂਕਿ ਮੰਦਾ ਕਿਸੇ ਨਾਲ ਆਗ ਝਗੜਾ ਪਾਵਣਾ, ਇਹ ਭਗਤਾਂ ਦੀ ਚਾਲ ਸਿੱਖਣੀ ਆਪਾਂ ਵੀ ਕਿਸੇ ਨੂੰ ਮੰਦਾ ਨਹੀਂ ਕਹਿਣਾ, ਕਿਉਂਕਿ ਝਗੜਾ ਜਿੱਥੇ ਹੋਏਗਾ, ਜਿੱਥੇ ਕਲੇਸ਼ ਪੈਦਾ ਹੋਏਗਾ, ਉੱਥੇ ਤੁਹਾਡਾ ਮਨ ਕਦੀ ਨਹੀਂ ਟਿਕੇਗਾ। ਜਿਸ ਦਿਨ ਤੁਹਾਡਾ ਮਨ ਅਸ਼ਾਂਤ ਹੁੰਦਾ, ਤੁਸੀਂ ਨਿਤਨੇਮ ਤਾਂ ਕਰ ਲੈਂਦੇ ਹੋ ਪਰ ਮਨ ਅੰਦਰ ਨਹੀਂ ਰਹਿੰਦਾ। ਉਸ ਦਿਨ ਤੁਸੀਂ ਗੁਰਦੁਆਰੇ ਤਾਂ ਬੈਠੇ ਹੁੰਦੇ ਹੋ ਪਰ ਉਸ ਦਿਨ ਗੁਰਦੁਆਰੇ ਵੀ ਤੁਹਾਡੀ ਹਾਜ਼ਰੀ ਨਹੀਂ ਲੱਗਦੀ। ਕਿਉਂ? ਕਿਉਂਕਿ ਮਨ ਅਸ਼ਾਂਤ ਹੈ, ਮਨ ਵਿੱਚ ਸ਼ਾਂਤੀ ਨਹੀਂ, ਮਨ 'ਚ ਟਿਕਾਓ ਨਹੀਂ। ਉਹ ਕਿਉਂ ਹੋਇਆ? ਕਿਉਂਕਿ ਸਾਡੇ ਬੋਲ, ਸਾਨੂੰ ਇਹ ਭਗਤਾਂ ਦੀ ਚਾਲ ਵਿੱਚੋਂ, ਭਗਤਾਂ ਦੀ ਰੋਹ ਰੀਤ ਵਿੱਚੋਂ ਸਿੱਖਣਾ ਪਏਗਾ। ਉਹ ਸਿਖਾ ਰਹੇ ਨੇ, ਕਹਿਣ ਲੱਗੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ। ਵਿਖਮ ਦਾ ਅਰਥ ਹੁੰਦਾ ਔਖਾ, ਮਾਰਗ ਦਾ ਅਰਥ ਹੁੰਦਾ ਰਸਤਾ। ਜਿਹੜੇ ਭਗਤ ਨੇ ਉਹ ਔਖੇ ਮਾਰਗ 'ਤੇ ਚੱਲਦੇ ਹਨ, ਔਖੇ ਰਸਤੇ ਨੂੰ ਅਪਣਾਉਂਦੇ ਹਨ। ਜਿਹੜੇ ਭਗਤ ਜਨ ਨੇ, ਗੁਰਮੁਖ ਪਿਆਰੇ ਨੇ। ਔਖਾ ਮਾਰਗ ਕੀ ਹੈ? ਔਖਾ ਮਾਰਗ ਇਹੀ ਹੈ ਕਿ ਲੋਕ ਦਿਖਾਵਾ ਕਰ ਰਹੇ ਹਨ, ਲੋਕ ਲਾਜ ਵਾਸਤੇ ਜੀ ਰਹੇ ਨੇ, ਤੁਸੀਂ ਉਸ ਚੀਜ਼ ਦੀ ਪਰਵਾਹ ਕਰਨੀ ਛੱਡ ਦਿੱਤੀ। ਇਹ ਵਿਖਮ ਕੰਮ ਹੈ। ਲੋਕਾਂ ਨੂੰ ਖੁਸ਼ ਕਰਨ ਵਾਸਤੇ ਸਾਰੇ ਲੋਕ ਕੰਮ ਕਰਦੇ, ਤੁਸੀਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕੁਛ ਨਹੀਂ ਕਰਦੇ, ਪਰ ਗੁਰੂ ਨੂੰ ਖੁਸ਼ ਕਰਨ ਵਾਸਤੇ ਦਿਨ ਰਾਤ ਲੱਗੇ ਰਹਿੰਦੇ ਹੋ। ਮੈਂ ਕਈ ਵਾਰੀ ਬੇਨਤੀ ਕਰਦਾ ਸੰਗਤ ਜੀ, ਲੋਕਾਂ ਨੂੰ ਖੁਸ਼ ਕਰਨ ਵਾਸਤੇ ਜਦੋਂ ਅਸੀਂ ਕੰਮ ਕਰਦੇ ਹਾਂ ਨਾ, ਤੁਸੀਂ ਜਿਤਨਾ ਮਰਜ਼ੀ ਜ਼ਿੰਦਗੀ ਦਾ ਵਾਹ ਮਨੁੱਖਤਾ ਨੂੰ ਖੁਸ਼ ਕਰਨ ਵਾਸਤੇ ਲਾ ਦਿਓ, ਮਨੁੱਖਤਾ ਸਾਰੀ ਤੁਹਾਡੇ ਤੋਂ ਖੁਸ਼ ਨਹੀਂ ਹੋਏਗੀ। ਕੋਈ ਵੀ ਤੁਸੀਂ ਵਿਆਹ ਕਾਰਜ ਕਰਦੇ ਹੋ, ਕੋਈ ਵੀ ਕੰਮ ਕਰਦੇ ਹੋ, ਤੁਸੀਂ ਸਾਰੇ ਰਿਸ਼ਤੇਦਾਰਾਂ ਨੂੰ ਖੁਸ਼ ਨਹੀਂ ਕਰ ਸਕਦੇ। ਨਾ ਅੱਜ ਤੱਕ ਕੋਈ ਕਰ ਸਕਿਆ, ਨਾ ਕਰ ਸਕੋਗੇ। ਤੇ ਗੁਰੂ ਸਾਹਿਬ ਕਹਿੰਦੇ ਉਹ ਲੋਕ ਲਾਜ ਹੀ ਛੱਡ ਦੇ। ਅਸੀਂ ਤਾਂ ਕਹਿੰਦੇ ਲੋਕ ਕੀ ਕਹਿਣਗੇ, ਗੁਰੂ ਸਾਹਿਬ ਕਹਿੰਦੇ ਲੋਕਾਂ ਦੀ ਪਰਵਾਹ ਨਾ ਕਰ। ਲੋਕ ਕੀ ਕਹਿਣਗੇ? ਲੋਕ ਜੋ ਚੰਗਾ ਕਰਦੇ ਨੇ ਉਹਨਾਂ ਨੂੰ ਵੀ ਨਹੀਂ ਛੱਡਦੇ, ਜੋ ਮਾੜਾ ਕਰਦੇ ਉਹਨਾਂ ਨੂੰ ਵੀ ਨਹੀਂ ਛੱਡਦੇ। ਦੇਖੋ ਨਾ ਅੱਜ ਤੱਕ ਦਾ ਪੂਰਾ ਇਤਿਹਾਸ ਦੇਖੋ ਨਾ, ਜਿਨ੍ਹਾਂ ਨੇ ਚੰਗਾ ਕੀਤਾ ਉਹਨਾਂ ਨੂੰ ਵੀ ਨਹੀਂ ਬਖਸ਼ਿਆ, ਜਿਨ੍ਹਾਂ ਨੇ ਮਾੜਾ ਕੀਤਾ ਉਹਨਾਂ ਨੂੰ। ਕਿਉਂਕਿ ਲੋਕ ਜਿਹੜੇ ਨੇ ਉਹ ਬਿਨ ਪੈਂਦੀ ਲੋਟੇ ਕਹਿਆ ਜਾਂਦਾ ਲੋਕਾਂ ਨੂੰ, ਲੁਕਾਈ ਨੂੰ, ਵੀ ਇਹਦੇ ਪੈਂਦੀ ਕੋਈ ਨਹੀਂ, ਕਿਸੇ ਪਾਸੇ ਵੀ ਜਾ ਸਕਦੀ ਹੈ। ਇਸ ਕਰਕੇ ਲੋਕਾਂ ਦੀ ਜਿਹੜਾ ਬੰਦਾ ਪਰਵਾਹ ਕਰਦਾ, ਗੁਰਮਤਿ ਕਹਿੰਦੀ ਉਹ ਕਦੀ ਭਗਤੀ ਨਹੀਂ ਕਰ ਸਕਦਾ, ਸੱਚ ਨੂੰ ਨਹੀਂ ਅਪਣਾ ਸਕਦਾ। ਭਗਤ ਔਖੇ ਮਾਰਗ ਤੋਂ ਚੱਲਦੇ ਨੇ, ਕਿਉਂਕਿ ਲੋਕ ਕੀ ਕਹਿਣਗੇ ਉਹਨਾਂ ਨੇ ਇਸ ਗੱਲ ਨੂੰ ਦਰਕਿਨਾਰ ਕਰ ਦਿੱਤਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਨੂੰ ਪਾਇਆ, ਲੋਕ ਕੀ ਕਹਿਣਗੇ, ਗੁਰੂ ਨਾਨਕ ਨੂੰ ਕੋਈ ਪਰਵਾਹ ਨਹੀਂ। ਇੱਕ ਵਾਰੀ ਉਚਾਰਨ ਕਰੋ, ਸਤਨਾਮ। ਨਹੀਂ ਪਰਵਾਹ ਮੇਰੇ ਗੁਰੂ ਨਾਨਕ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਆਨੰਦ ਕਾਰਜ ਹੋਏ ਆਪਣੇ ਢੰਗ ਨਾਲ ਕੀਤੇ, ਕੋਈ ਪਰਵਾਹ ਨਹੀਂ ਲੋਕ ਕੀ ਕਹਿਣਗੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਦੇ ਵਿੱਚ ਜਿਹੜੀ ਰੋਹ ਰੀਤ ਚਲਾਈ, ਲੋਕ ਕੀ ਕਹਿਣਗੇ, ਗੁਰੂ ਨਾਨਕ ਪਾਤਸ਼ਾਹ ਨੂੰ ਕੋਈ ਪਰਵਾਹ ਨਹੀਂ। ਔਰ ਸਾਰਾ ਸਿਧਾਂਤ ਸਿੱਖੀ ਦਾ ਦੇਖ ਲਓ ਕਿ ਇਸ ਦੇ ਆਲੇ ਦੁਆਲੇ ਹੈ ਕਿ ਲੋਕ ਕੀ ਕਹਿਣਗੇ। ਗੁਰੂ ਸਾਹਿਬ ਨੇ ਤਾਂ ਆਪ ਕਿਹਾ ਕਿ ਪਰਵਾਹ ਨਾਹੀਂ ਕਿਸੇ ਕੇਰੀ, ਵਾਜ ਸੱਚੇ ਨਾ। ਮੈਨੂੰ ਕਿਸੇ ਦੀ ਵੀ ਪਰਵਾਹ ਨਹੀਂ ਹੈ। ਬਸ ਇੱਕ ਗੱਲ ਯਾਦ ਰੱਖਣਾ, ਜੀਵਨ 'ਚ ਕਬੀਰ ਸਾਹਿਬ ਜੀ ਦਾ ਬਚਨ ਹਮੇਸ਼ਾ ਯਾਦ ਹੋਣਾ ਚਾਹੀਦਾ ਕਿ ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤੋ ਕਿਆ ਕੀਜੈ। ਤੁਹਾਨੂੰ ਇਹ ਗੱਲ ਰੱਖਣੀ ਪਏਗੀ ਵੀ ਨਹੀਂ ਪਤੀਜਦੇ ਤੇ ਇਹਨਾਂ ਦਾ ਕੀ ਕਰਨਾ। ਲੋਕਾਂ ਨੂੰ ਆਪਾਂ ਪਤਾ ਸਕਦੇ ਹਾਂ, ਲੋਕਾਂ ਨੂੰ ਆਪਾਂ ਖੁਸ਼ ਕਰ ਸਕਦੇ ਹਾਂ, ਕਰ ਸਕਦੇ ਨਹੀਂ ਕਰ ਸਕਦੇ, ਕਿਉਂਕਿ ਲੋਕ ਤਾਂ ਰਸਮੀ ਕਰਮਾਂ ਤੋਂ ਪ੍ਰਸੰਨ ਹੁੰਦੇ ਨੇ, ਲੋਕ ਤਾਂ ਵਿਖਾਵੇ ਤੋਂ ਪ੍ਰਸੰਨ ਹੁੰਦੇ ਨੇ। ਕਿਉਂਕਿ ਸਮਾਜ 'ਚ ਤੁਸੀਂ ਰਹਿੰਦੇ ਹੋ, ਆਪਾਂ ਸਾਰੇ ਰਹਿੰਦੇ ਹਾਂ, ਇੱਥੇ ਜੋ ਜ਼ਿਆਦਾ ਉਸ ਨੂੰ ਲੋਕ ਚੰਗਾ ਸਮਝਦੇ ਜਿਹੜਾ ਲੋਕ ਵਿਖਾਵਾ ਕਰਦਾ ਹੋਵੇ। ਜਿਹੜਾ ਬੰਦਾ ਸਹੀ ਮਾਨੇ ਵਿੱਚ ਸੱਚਾ ਸੁੱਚਾ ਕਿਰਤੀ ਇਨਸਾਨ ਹੈ, ਸਹੀ ਕੰਮ ਕਰ ਰਿਹਾ ਹੈ, ਉਸ ਨੂੰ ਲੋਕ ਕਹਿਣਗੇ ਲੈ ਫਲਾਣਾ ਤਾਂ ਭੋਗ 'ਤੇ ਨਹੀਂ ਪਹੁੰਚਿਆ, ਉਹ ਤਾਂ ਕੁੜੀ ਦਾ ਵਿਆਹ ਸੀ ਉੱਥੇ ਨਹੀਂ ਆਇਆ, ਉਹ ਉੱਥੇ ਨਹੀਂ ਗਿਆ। ਹੋ ਸਕਦਾ ਉਹ ਬਿਜੀ ਹੋਵੇ, ਪਰ ਜਿਹੜਾ ਲੋਕ ਸਿਰਫ ਜਿਹਨੇ ਰਾਜਨੀਤੀ ਕਰਨੀ ਹੈ, ਜਿਹਨੇ ਲੋਕਾਂ ਵਿੱਚ ਲੋਕ ਵਿਖਾਵਾ ਕਰਨਾ, ਉਹ ਹਰ ਪ੍ਰੋਗਰਾਮ 'ਤੇ ਪਹੁੰਚਦਾ। ਅਸੀਂ ਕਹਿੰਦੇ ਬੜਾ ਚੰਗਾ ਇਨਸਾਨ ਹੈ, ਉਹ ਚੰਗਾ ਨਹੀਂ ਹੈ। ਉਹ ਤਾਂ ਅਸਲ ਦੇ ਵਿੱਚ ਤੁਹਾਨੂੰ ਵਰਤਣ ਵਾਸਤੇ ਜਾ ਰਿਹਾ ਹੈ। ਕਿਉਂ ਕੱਲ੍ਹ ਨੂੰ ਵੋਟਾਂ ਆਉਣੀਆਂ ਤਾਂ ਵਰਤਣਾ ਹੈ,
ਕੱਲ੍ਹ ਨੂੰ 2 ਪੈਸੇ ਤੁਹਾਡੇ ਕੋਲੋਂ ਲੈਣੇ ਤਾਂ ਵਰਤਣਾ, ਕਿਉਂਕਿ ਉਹਨਾਂ ਦੀ ਬਿਰਤੀ ਕੋਈ ਹੈ ਕਿ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੁੰ ਦਿਸ ਘੇਰਾ, ਵਿਪਤ ਪਰੀ ਸਭੀ ਸੰਗ ਛਾੜਤ, ਕੋ ਨਾ ਆਵਤ ਨੇਰਾ। ਪਰ ਕਦੀ ਔਖੇ ਸਮੇਂ ਨੂੰ ਦੇਖਣਾ, ਇਹ ਔਖਾ ਸਮਝਣਾ ਨਹੀਂ ਹੁੰਦਾ ਕਿ ਕਿਸੇ ਦੀ ਡੈਥ ਹੋ ਗਈ, ਇੱਥੇ ਬੰਦਾ ਪਹੁੰਚ ਗਿਆ ਤੇ ਔਖਾ ਵਕਤ ਨਹੀਂ ਆ। ਉਹ ਸਾਨੂੰ ਲੱਗਦਾ ਵੀ ਔਖੇ ਵਕਤ 'ਚ ਆਇਆ, ਔਖਾ ਕੋਈ ਨਹੀਂ ਹੈ। ਇਹ ਤਾਂ ਨੋਰਮਲ ਗੱਲਾਂ ਨੇ ਗੁਰਮਤਿ ਦੇ ਵਿੱਚ। ਜਨਮ ਤੇ ਮਰਨ ਇੱਕੋ ਜਿਹਾ ਗੁਰੂ ਸਾਹਿਬ ਜੀ ਕਹਿੰਦੇ ਨੇ, ਤੇ ਅਸੀਂ ਕਹਿੰਦੇ ਵੀ ਦੇਖੋ ਦੁੱਖ ਦੀ ਘੜੀ ਵਿੱਚ ਬੰਦਾ ਸ਼ਾਮਲ ਹੋਇਆ, ਸਾਡੇ ਸੁੱਖ ਦੇ ਵਿੱਚ ਆਇਆ। ਇਹ ਨੋਰਮਲ ਚੀਜ਼ਾਂ ਨੇ, ਪਰ ਉਹ ਕਿਸ ਵਾਸਤੇ ਆਇਆ ਉਸ ਦਾ ਪਿੱਛੇ ਸਾਨੂੰ ਇਹ ਵਿਚਾਰ ਰੱਖਣੀ ਵੀ ਆਇਆ ਕਿਉਂ ਹੈ। ਉਹ ਇੱਕ ਬੰਦਾ ਹੁੰਦਾ ਕਿ ਜਿਸ ਦੇ ਮਨ ਵਿੱਚ ਵਾਕਈ ਚੀਜ਼ ਹੁੰਦੀ ਹੈ, ਦਰਦ ਹੁੰਦੀ ਹੈ, ਪੀੜਾ ਹੈ, ਜਿਹੜਾ ਸੱਚਾ ਪਿਆਰ ਕਰਦਾ। ਪਰ ਇੱਕ ਦੇ ਅੰਦਰ ਪਿਆਰ ਨਹੀਂ, ਕੇਵਲ ਲੋਕ ਵਿਖਾਵਾ ਹੈ। ਇਸ ਕਰਕੇ ਭਗਤ ਨਾ ਲੋਕ ਵਿਖਾਵਾ ਕਰਦੇ, ਨਾ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕੰਮ ਕਰਦੇ। ਮਾਲਕ ਨੇ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਨਿਸ਼ਚੇ ਕਰਕੇ ਜਾਣ ਲਓ ਕਿ ਭਗਤਾਂ ਦੀ ਚਾਲ ਅਵਸ਼ ਹੀ ਵੱਖਰੀ ਹੁੰਦੀ ਹੈ, ਨਿਰਾਲੀ ਹੁੰਦੀ ਹੈ, ਕਿਉਂਕਿ ਉਹ ਸੱਚੇ ਦੇ ਵਿਖਮ ਰਸਤੇ ਨੂੰ ਚੁਣਦੇ ਨੇ, ਸੱਚੇ ਮਾਰਗ 'ਤੇ ਚੱਲਦੇ ਨੇ। ਪਰ ਸੱਚਾ ਮਾਰਗ 'ਤੇ ਚੱਲਣਾ ਔਖਾ ਹੈ, ਸੱਚ ਨਾਲ ਜੁੜ ਕੇ ਜੀਵਨ ਜੀਣਾ ਔਖਾ ਹੈ। ਇਹ ਗੱਲ ਵੱਖਰੀ ਕਿ ਜਿਹੜਾ ਇੱਕ ਵਾਰੀ ਸੱਚ ਨੂੰ ਅਪਣਾ ਲੈਂਦਾ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ। ਪਰ ਉਹ ਮਾਰਗ ਬਾਬਾ ਫਰੀਦ ਜੀ ਕਹਿੰਦੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਬਾਟ ਮੁਰੀਦਾ ਜੋਲੀਏ। ਜੋ ਰਸਤਾ ਗੁਰੂ ਨੇ ਰੱਖਿਆ ਉਹ ਸੱਚਾ ਰਸਤਾ ਹੈ। ਸੱਚ ਬੋਲ, ਸੱਚ ਬੋਲਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ, ਸੱਚ ਬੋਲਿਆ ਗੁਰੂ ਕੇ 10 ਜਾਮਿਆਂ ਨੇ, ਸੱਚ ਬੋਲਿਆ ਉਹਨਾਂ ਸਿੱਖਾਂ ਨੇ ਜਿਨ੍ਹਾਂ ਸਿੱਖਾਂ ਨੇ ਅਸੀਂ ਸੱਚ ਨੂੰ ਕਮਾ ਲਿਆ। ਦੇਖੋ ਨਾ ਤੁਸੀਂ ਕਿਤੇ ਵੀ ਸਿੱਖੀ ਇਤਿਹਾਸ ਨੂੰ ਵੇਖੋ, ਵੱਡੇ ਤੋਂ ਵੱਡਾ ਚੋਰ ਜਦੋਂ ਗੁਰੂ ਕਾ ਸਿੱਖ ਬਣ ਗਿਆ, ਭੂਮੀਆਂ ਚੋਰ ਸੀ, ਜਦੋਂ ਚੋਰੀ ਕਰਨ ਗਿਆ ਤੇ ਰਾਜ ਦਰਬਾਰ 'ਤੇ ਪਹੁੰਚਦਾ। ਮੈਂ ਛੋਟੀ ਜਿਹੀ ਗੱਲ ਕਰਾਂ, ਆਪਾਂ ਤੱਤ ਲੈਣਾ। ਉੱਥੇ ਜਾ ਕੇ ਪੁੱਛਿਆ ਐਲਕਾਰ ਨੇ, ਪਹਿਰੇਦਾਰ ਨੇ, ਕੌਣ ਹੈ? ਕਹਿੰਦੇ ਚੋਰ ਹਾਂ। ਘੋੜਾ ਥੱਲੇ ਹੈ, ਕੀਮਤੀ ਵਸਤਰ ਪਾਏ ਨੇ। ਪਹਿਰੇਦਾਰ ਪੁੱਛ ਰਿਹਾ ਕੌਣ ਹੈ? ਕਹਿੰਦੇ ਚੋਰ ਹਾਂ। ਉਹ ਕਹਿੰਦਾ ਵੀ ਚੋਰ ਕਦੀ ਆਪਣੇ ਆਪ ਨੂੰ ਕਹਿੰਦਾ ਮੈਂ ਚੋਰ ਹਾਂ? ਸੱਚ ਕਹਿ ਕੇ ਅੰਦਰ ਗਿਆ ਵੀ ਮੈਂ ਚੋਰ ਹਾਂ, ਬਿਲਕੁਲ ਸੱਚ, ਕਿਉਂਕਿ ਹੁਣ ਗੁਰੂ ਕਾ ਉਹ ਸਿੱਖ ਬਣ ਚੁੱਕਿਆ ਸੀ। ਕਹਿੰਦਾ ਜੀ ਕੌਣ ਹੈ? ਕਹਿੰਦੇ ਚੋਰ। ਅੱਗੇ ਜੋ ਸਮਾਨ ਬਣ ਲਿਆ ਸਾਰਾ, ਸੋਨਾ ਚਾਂਦੀ ਜੋ ਹੱਥ ਆਇਆ ਸਭ ਇਕੱਠਾ ਕਰ ਲਿਆ। ਪਰ ਗੁਰੂ ਸਾਹਿਬ ਦੇ ਜਿਹੜੇ 3 ਬਚਨ ਸਨ ਉਹ ਯਾਦ ਸਨ ਵੀ ਮੇਰੇ ਗੁਰੂ ਨੇ ਕਿਹਾ ਵੀ 3 ਬਚਨ ਇਹ ਪੱਲੇ ਬੰਨ ਕੇ ਰੱਖਣੇ ਹਨ। ਸਭ ਕੁਝ ਇਕੱਠਾ ਕਰਨ ਤੋਂ ਬਾਅਦ ਸਭ ਕੁਝ ਛੱਡ ਕੇ ਵੀ ਵਾਪਸ ਚਲਾ ਜਾਂਦਾ ਹੈ, ਕਿਉਂਕਿ ਜਿਹੜਾ ਬਚਨ ਗੁਰੂ ਨੇ ਆਖਿਆ ਸੀ ਵੀ ਨੂਣ ਖਾ ਕੇ ਹਰਾਮ ਨਹੀਂ ਕਰਨਾ, ਉੱਥੇ ਦਾ ਭੋਜਨ ਛਕਿਆ, ਭੁੱਖ ਲੱਗੀ ਸੀ, ਭੋਜਨ ਛਕ ਕੇ ਦੇਖਿਆ ਨੂਣ ਹੱਥ ਲੱਗਿਆ, ਸੋਚਿਆ ਸੀ ਖੰਡ ਹੋਏਗੀ, ਪਰ ਕਹਿੰਦੇ ਚਿੱਟੀ ਖੰਡ ਹੁੰਦੀ ਹੈ, ਚਿੱਟੀ ਕਹਿੰਦੇ ਨੂਣ ਹੁੰਦਾ ਹੈ। ਅਤੇ ਉਹ ਜਦੋਂ ਫੱਕੀ ਮਾਰੀ ਅੰਦਰ ਗਿਆ, ਬਸ ਸਾਰਾ ਸਮਾਨ ਛੱਡ ਕੇ ਚਲਾ ਗਿਆ। ਸਵੇਰ ਹੋਈ, ਤੀਜੀ ਗੱਲ ਸੀ ਗੁਰੂ ਸਾਹਿਬ ਨੇ ਕਿਹਾ ਸੀ ਵੀ ਕਦੀ ਵੀ ਗਰੀਬ ਮਾਰ ਨਹੀਂ ਹੋਣ ਦੇਣੀ। ਸਾਰਿਆਂ ਨੂੰ ਸੱਦ ਲਿਆ, ਪਹਿਰੇਦਾਰਾਂ ਨੂੰ, ਵੀ ਚੋਰੀ ਹੋਈ ਕਿਵੇਂ? ਚੋਰੀ ਵੀ ਹੋਈ ਅਤੇ ਸਮਾਨ ਵੀ ਨਹੀਂ ਗਿਆ, ਔਰ ਤੁਹਾਡੀ ਨਿਗਰਾਨੀ ਵਿੱਚ ਇਹ ਸਾਰਾ ਹੋਇਆ ਕਿਵੇਂ? ਬੰਦਾ ਕਿਵੇਂ ਅੰਦਰ ਆ ਗਿਆ? ਇਤਨੇ ਪਹਿਰੇਦਾਰੀ ਹੋਵੇ, ਇਤਨੇ ਬੰਦੇ ਖੜੇ ਹੋਣ ਪਹਿਰੇ ਦੇ ਉੱਤੇ, ਔਰ ਫਿਰ ਬੰਦਾ ਚੋਰ ਅੰਦਰ ਆ ਜਾਏ। ਅਤੇ ਸਾਰੀ ਗੱਲਬਾਤ ਦੱਸੀ ਕਿ ਵੀ ਇੱਕ ਬੰਦਾ ਤਾਂ ਆਇਆ ਸੀ, ਉਸਨੇ ਕਿਹਾ ਸੀ ਮੈਂ ਚੋਰ ਹਾਂ, ਪਰ ਉਹਨੇ ਬੜੇ ਕੀਮਤੀ ਵਸਤਰ ਪਾਏ ਸਨ। ਲੱਗਦਾ ਸੀ ਵੀ ਇਹ ਕੋਈ ਰਾਜੇ ਦਾ ਕੋਈ ਖਾਸ ਸੰਬੰਧੀ ਹੈ। ਜਿਹੜਾ ਗੇੜ 'ਤੇ ਸੀ ਉਹਨੂੰ ਫੜ ਲਿਆ, ਸਜ਼ਾ ਦੇਣ ਲੱਗੇ ਵੀ ਇਹ ਚੋਰੀ ਤੂੰ ਕਰਾਈ ਹੈ, ਤੇਰਾ ਕੋਈ ਜਾਣ ਪਹਿਚਾਣ ਦਾ ਹੋਣਾ ਹੈ, ਤੇਰਾ ਹੀ ਹੱਥ ਹੈ ਸਾਰਾ। ਜਿਵੇਂ ਅੱਜ ਤੁਸੀਂ ਦੇਖਦੇ ਨਾ ਕਈ ਵਾਰੀ ਬੰਦੇ ਦਾ ਲੈਣਾ ਦੇਣਾ ਨਹੀਂ ਹੁੰਦਾ, ਪਰ ਨਾਲ ਜੋੜ ਦਿੱਤਾ ਜਾਂਦਾ ਵੀ ਇਹ ਤੇਰਾ ਹੀ ਹੱਥ ਹੈ। ਕਈ ਵਾਰੀ ਹੁੰਦਾ ਵੀ ਹੈ, ਪਰ ਬਟ ਸਾਰੀ ਵਾਰੀ ਨਹੀਂ ਹੁੰਦਾ, ਹਰ ਵਾਰੀ ਨਹੀਂ ਹੁੰਦਾ। ਹੁਣ ਇਸ ਨੂੰ ਯਾਦ ਆਈ ਵੀ ਕਿਤੇ ਐਸਾ ਨਾ ਹੋਵੇ ਰਾਜ ਦਰਬਾਰ ਵਿੱਚ ਉਹਨਾਂ ਨੂੰ ਸਜ਼ਾ ਨਾ ਮਿਲੇ ਜਿਹੜੇ ਨਿਰਦੋਸ਼ ਸਨ। ਰਾਜ ਦਰਬਾਰ 'ਚ ਗਿਆ, ਰਾਜੇ ਨੂੰ ਮਿਲਿਆ ਜਾ ਕੇ, ਉਹਨਾਂ ਨੂੰ ਸਜ਼ਾ ਦੀ ਕੈਦ ਸੁਣਾ ਦਿੱਤੀ ਗਈ ਸੀ। ਇਸ ਨੇ ਆਖਿਆ ਵੀ ਇਹ ਨਿਰਦੋਸ਼ ਹਨ, ਦੋਸ਼ੀ ਮੈਂ ਹਾਂ। ਇਹ ਨਿਰਦੋਸ਼ ਨੇ ਸਾਰੇ, ਇਹ ਹੈ ਵਿਖਮ ਮਾਰਗ ਚੱਲਣਾ। ਇਹ ਨਿਰਦੋਸ਼ ਨੇ ਸਾਰੇ, ਮੈਂ ਦੋਸ਼ੀ ਹਾਂ। ਰਾਜਾ ਪੁੱਛਦਾ ਉਹ ਕੀ? ਕਹਿੰਦੇ ਸਾਰੀ ਵਾਰਤਾ ਰਾਤ ਦੀ ਸੁਣੇ ਵੀ ਇੱਦਾਂ ਮੇਰੇ ਨਾਲ ਹੋਇਆ, ਔਰ ਮੈਂ ਚੋਰੀ ਕਰਨ ਆਇਆ ਸੀ। ਕਹਿੰਦੇ ਅੱਜ ਤੱਕ ਦੇਖਿਆ ਗਿਆ ਵੀ ਕੋਈ ਬੰਦਾ ਪਹਿਲੀ ਗੱਲ ਤਾਂ ਇਹ ਨਹੀਂ ਕਹੇਗਾ ਮੈਂ ਚੋਰ ਹਾਂ ਜਦੋਂ ਚੋਰੀ ਕਰਨ ਆਵੇ, ਕਿਉਂਕਿ ਚੋਰ ਜਿਹੜਾ ਹਮੇਸ਼ਾ ਹਨੇਰੇ ਵਿੱਚ ਚੋਰੀ ਕਰਦਾ, ਲੁੱਕੇ ਚੋਰੀ ਕਰਦਾ। ਦੂਜੀ ਗੱਲ, ਤੂੰ ਕੁਛ ਵੀ ਲੈ ਕੇ ਨਹੀਂ ਗਿਆ,
ਤੀਜੀ ਗੱਲ ਤੂੰ ਆ ਕੇ ਆਖਿਆ ਵੀ ਇਹ ਸਾਰੇ ਨਿਰਦੋਸ਼ ਨੇ, ਦੋਸ਼ੀ ਮੈਂ ਹਾਂ। ਅੱਜ ਤੱਕ ਕੋਈ ਬੰਦਾ ਐਸਾ ਨਹੀਂ ਹੋਇਆ ਜਿਸ ਨੇ ਆਖਿਆ ਵੀ ਦੋਸ਼ੀ ਮੈਂ ਹਾਂ, ਇਹ ਸਾਰੇ ਨਿਰਦੋਸ਼ ਨੇ। ਕਹਿਣ ਲੱਗੇ ਐਸੀ ਵਿਚਾਰ, ਐਸੀ ਸਿੱਖਿਆ, ਐਸਾ ਸਿਧਾਂਤ ਕਿੱਥੋਂ ਪ੍ਰਾਪਤ ਕੀਤਾ? ਕਹਿੰਦੇ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਉਹਨਾਂ ਦੇ ਵਚਨਾਂ ਦੇ ਉੱਤੇ ਚੱਲ ਰਿਹਾ ਤੇ ਰਾਜੇ ਨੇ ਵੀ ਗੁਰੂ ਕੇ ਵਚਨਾਂ ਨੂੰ ਪ੍ਰਵਾਨ ਕੀਤਾ। ਐਵੇਂ ਨਹੀਂ ਸਿੱਖੀ ਦਾ ਪ੍ਰਚਾਰ ਹੋਇਆ ਵੀ ਸਿੰਗਲਾਦੀਪ ਤੱਕ ਜਾ ਕੇ ਸਿੱਖੀ ਫੈਲੀ। ਇਹ ਉਹਨਾਂ ਸਿੱਖਾਂ ਦੀ ਦਾਤ ਸੀ ਜਿਨ੍ਹਾਂ ਨੇ ਸਿੱਖੀ ਨੂੰ ਆਪਣੇ ਜੀਵਨ 'ਚ ਅਪਣਾਇਆ, ਵਿਖਮ ਮਾਰਗ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ। ਮੇਰੇ ਸਤਿਗੁਰ ਕਹਿੰਦੇ ਨੇ ਚਾਲਨਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਉਹ ਵਿਖਮ ਮਾਰਗ ਕੀ ਹੈ? ਲਵ, ਲੋਭ, ਅਹੰਕਾਰ, ਤਜ, ਤ੍ਰਿਸ਼ਨਾ। ਇਹ ਵਿਖਮ ਮਾਰਗ ਹੈ। ਇਸ ਤੋਂ ਵਿਖਮ ਮਾਰਗ ਹੋਰ ਨਹੀਂ ਹੋ ਸਕਦਾ। ਘਰ ਛੱਡਿਆ ਜਾ ਸਕਦਾ ਹੈ, ਧਨ ਛੱਡਿਆ ਜਾ ਸਕਦਾ ਹੈ, ਰਾਜਪਾਟ ਛੱਡੇ ਜਾ ਸਕਦੇ ਨੇ, ਪਰ ਇਸ ਦੇ ਅੰਦਰ ਦਾ ਜਿਹੜਾ ਲਾਲਚ ਹੈ ਉਹ ਨਹੀਂ ਛੱਡਿਆ ਜਾਂਦਾ। ਕਿਉਂਕਿ ਮਹਾਰਾਜ ਕਹਿੰਦੇ ਨੇ ਗ੍ਰਹਿ ਤਜ ਬਨ ਖੰਡ ਜਾਈਏ, ਚੁਨ ਖਾਈਏ ਕੰਦਾ, ਅਜਹੂ ਵਿਕਾਰ ਨ ਛੋਡੀ ਪਾਪੀ, ਮਨ ਮੰਦਾ ਕਿਉ ਛੂਟੋ, ਕੈਸੇ ਤਰੋ ਭਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ। ਸੱਚੇ ਪਾਤਸ਼ਾਹ ਮੈਂ ਤੇਰੀ ਸਰਨ ਵਿੱਚ ਆਇਆ, ਵਿਖੈ ਵਿਖੈ ਕੀ ਵਾਸਨਾ ਤਜੀ ਨਾ ਜਾਏ। ਇਹ ਵਾਸਨਾ ਛੱਡੀ ਥੋੜ੍ਹੀ ਜਾਂਦੀ। ਵਿਖਮ ਮਾਰਗ ਕੀ ਹੈ? ਦੇਖੋ ਹੁਣ ਸਾਧੂ ਕਹਿੰਦੇ ਲਵ ਤੇ ਲੋਭ ਦੋ ਅੱਖਰ ਆਏ ਨੇ। ਲਵ ਦਾ ਅਰਥ ਹੈ ਚਸਕਾ, ਲੋਭ ਦਾ ਅਰਥ ਹੈ ਲਾਲਚ। ਲਵ ਲੋਭ ਦੋਨੋਂ ਇੱਕ ਚੀਜ਼ ਨਹੀਂ ਹਨ। ਲਵ ਦਾ ਅਰਥ ਹੈ ਚਸਕਾ, ਪਦਾਰਥਾਂ ਦੇ ਚਸਕੇ। ਲੋਭ ਦਾ ਅਰਥ ਹੈ ਲਾਲਚ, ਧਨ ਦਾ ਲਾਲਚ। ਅਹੰਕਾਰ ਦਾ ਅਰਥ ਹੈ ਨਾ ਸਾਰੀਆਂ ਚੀਜ਼ਾਂ ਦਾ ਹੰਕਾਰ, ਜੋ ਸਾਡੇ ਕੋਲ ਪਦਾਰਥ ਨੇ ਉਹਨਾਂ ਦਾ ਹੰਕਾਰ। ਤੀਜੀ ਗੱਲ ਤਜ ਤ੍ਰਿਸ਼ਨਾ। ਤ੍ਰਿਸ਼ਨਾ ਦਾ ਅਰਥ ਹੈ ਕਿ ਹੋਰ ਦੀ ਮੰਗ। ਤ੍ਰਿਸ਼ਨਾ ਨੂੰ ਗੁਰਬਾਣੀ ਨੇ ਆਖਿਆ ਕਿ ਇਹ ਤ੍ਰਿਸ਼ਨਾ ਇਸ ਤਰ੍ਹਾਂ ਹੀ ਹੈ ਜਿਵੇਂ ਕਿ ਹਿਰਨ ਦੀ ਵਾਦੀ ਹੈ। ਹਿਰਨ ਕੀ ਕਰਦਾ ਹੈ ਕਿ ਪਹਿਲਾਂ ਕਸਤੂਰੀ ਦੀ ਸੁਗੰਧੀ ਆਉਂਦੀ ਹੈ, ਉਸ ਵਾਸਤੇ ਦੌੜਦਾ ਹੈ। ਦੌੜ ਕੇ ਪਿਆਸ ਲੱਗਦੀ ਹੈ, ਫਿਰ ਪਾਣੀ ਲਈ ਦੌੜਦਾ ਹੈ। ਕਿਉਂਕਿ ਸਾਡੀ ਹਾਲਤ ਵੀ ਇਹ, ਪਹਿਲਾਂ ਅਸੀਂ ਸੁੱਖਾਂ ਦੀ ਖਾਤਰ ਪਦਾਰਥ ਇਕੱਠੇ ਕਰਦੇ ਹਾਂ, ਪਦਾਰਥ ਮਿਲਣ ਤੋਂ ਬਾਅਦ ਫਿਰ ਅਸੀਂ ਦੌੜਦੇ ਹਾਂ ਕਿ ਹੋਰ ਇਕੱਠੇ ਹੋ ਜਾਣ ਤਾਂ ਸ਼ਾਇਦ ਅੱਗੇ ਜਾ ਕੇ ਸੁੱਖ ਮਿਲੇਗਾ। ਔਰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਜੇ ਥੋੜ੍ਹੇ ਪਦਾਰਥਾਂ ਵਿੱਚ ਸੁੱਖ ਨਹੀਂ ਮਿਲਿਆ ਅਤੇ ਜੇ ਇਹ ਬਹੁਤੇ ਵੀ ਹੋ ਜਾਣਗੇ ਤਾਂ ਵੀ ਸੁੱਖ ਪ੍ਰਾਪਤ ਨਹੀਂ ਹੋਏਗਾ। ਭੁਲੇਖਾ ਜ਼ਰੂਰ ਹੈ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਵੰਤਾ, ਦੋ ਅਵਸਥਾ ਤੇ ਜੋ ਨਰ ਮੁਕਤਾ, ਸੋਈ ਸੁਹੇਲਾ ਭਾਲੀਏ। ਗੁਰੂ ਸਾਹਿਬ ਨੇ ਸਿਧਾਂਤ ਬਖਸ਼ਿਆ। ਮਹਾਰਾਜ ਕਹਿੰਦੇ ਤ੍ਰਿਸ਼ਨਾ ਦਾ ਤਿਆਗ ਕਰਨਾ, ਜੋ ਹੈ ਉਸ ਦੇ ਵਿੱਚ ਤ੍ਰਿਪਤ ਰਹਿਣਾ। ਇਹਨੂੰ ਮਹਾਰਾਜ ਨੇ ਕਿਹਾ ਕਿ ਤ੍ਰਿਸ਼ਨਾ ਬੂਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਤ੍ਰਿਸ਼ਨਾ ਬੁੱਝ ਜਾਂਦੀ ਹੈ ਜਦੋਂ ਅਸੀਂ ਗੁਰੂ ਕੇ ਉਪਦੇਸ਼ ਨੂੰ ਕਮਾਉਂਦੇ ਹਾਂ। ਤ੍ਰਿਸ਼ਨਾ ਬੁੱਝ ਜਾਂਦੀ ਹੈ ਜਦੋਂ ਸਾਡੀ ਮੰਗ ਇਹ ਹੋ ਜਾਂਦੀ ਕਿ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਤ੍ਰਿਸ਼ਨਾ ਬੁੱਝ ਜਾਂਦੀ ਹੈ ਜਦੋਂ ਇਹ ਗੱਲ ਅੰਦਰ ਘਰ ਕਰ ਜਾਂਦੀ ਹੈ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਰਾਜੈ। ਤ੍ਰਿਸ਼ਨਾ ਬੁੱਝ ਜਾਂਦੀ ਹੈ, ਵੱਡੇ ਵੱਡੇ ਰਾਜਨ ਅਰ ਭੂਮਨ ਤਾਕੀ ਤ੍ਰਿਸ਼ਨਾ ਬੁੱਝੀ। ਜਦੋਂ ਇਹ ਬਚਨ ਅੰਦਰ ਘਰ ਕਰਦੇ ਨੇ ਫਿਰ ਸਮਝ ਆਉਂਦੀ ਜੇ ਉਹਨਾਂ ਦੀ ਨਹੀਂ ਬੁੱਝੀ ਸਾਡੀ ਕਿੱਥੇ ਬੁੱਝਣੀ ਹੈ। ਇਤਨਾ ਕੁਝ ਹੋਣ ਤੋਂ ਬਾਅਦ ਉਹ ਸ਼ਾਂਤ ਨਹੀਂ ਹੋਏ, ਅਸੀਂ ਕਿਵੇਂ ਸ਼ਾਂਤ ਹੋ ਜਾਣਾ ਹੈ? ਮਹਾਰਾਜ ਕਹਿੰਦੇ ਉਹ ਕੀ ਕਰਦਾ? ਆਪਣੇ ਚਸਕੇ ਛੱਡ ਦਿੰਦਾ। ਕਿਉਂਕਿ ਪਦਾਰਥਾਂ ਦੇ ਚਸਕੇ ਛੱਡਨੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬੜਾ ਔਖਾ ਹੈ। ਇੱਕ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਤੁਸੀਂ ਸਾਰੇ ਮੁੱਖ ਵਾਕ ਦੇ ਵਿੱਚ ਪੜ੍ਹਦੇ ਹੋ। ਮਹਾਰਾਜ ਕਹਿੰਦੇ ਜਿਨ ਕਨ ਕੀਤੇ ਅੱਖੀ ਨਾਗ, ਜਿਨ ਜਿਹਵਾ ਦਿੱਤੀ ਬੋਲੇ ਤਾਜ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਵਨ ਆਖੇ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾਂ ਦਾਗ, ਦਾਗ ਦੋਸ ਮੋਹ ਚਲਿਆ ਲਾਏ, ਦਰਗਾਹ ਵੈਸਨ ਨਹੀਂ ਜਾਏ। ਉੱਥੇ ਵੀ ਮਹਾਰਾਜ ਨੇ ਆਖਿਆ ਜੇਤਾ ਮੋਹ ਪ੍ਰੀਤ ਸਵਾਦ। ਮੋਹ ਦਾ ਅਰਥ ਹੈ ਪਦਾਰਥਾਂ ਦਾ ਮੋਹ, ਪ੍ਰੀਤ ਦਾ ਅਰਥ ਹੈ ਪਰਿਵਾਰ ਦੇ ਨਾਲ ਪ੍ਰੀਤ, ਸਵਾਦ ਦਾ ਅਰਥ ਹੈ ਚਸਕੇ। ਮਾਇਆ ਦਾ ਮੋਹ, ਪਰਿਵਾਰ ਦੇ ਨਾਲ ਪਿਆਰ, ਅਤੇ ਜੋ ਪਦਾਰਥਾਂ ਦੇ ਚਸਕੇ। ਜੇਤਾ ਮੋਹ ਪ੍ਰੀਤ ਸਵਾਦ, ਸਵਾਦ ਦਾ ਅਰਥ ਚਸਕੇ ਲੈਣੇ ਪਦਾਰਥਾਂ ਦੇ। ਢਿੱਡ 'ਚ ਜਗ੍ਹਾ ਨਹੀਂ ਹੈ ਪਰ ਹੋਰ ਖਾਣੇ ਨੇ, ਬਿਮਾਰੀ ਪੈਦਾ ਹੋਏਗੀ, ਦੁੱਖ ਪੈਦਾ ਹੋਣਗੇ। ਗੁਰਬਾਣੀ ਨੇ ਐਵੇਂ ਨਹੀਂ ਕਿਹਾ ਕਿ ਇੱਕ ਚੀਜ਼ ਨੂੰ ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਸਮਝਾਇਆ, ਸਿੱਖਾ ਇਹ ਚੀਜ਼ਾਂ ਦੁਖਦਾਈ ਹੋਣਗੀਆਂ। ਫਿਰ ਅਗਲੀ ਗੱਲ ਬੜੇ ਕਮਾਲ ਦੀ ਮਹਾਰਾਜ ਨੇ ਬਹੁਤ ਨਾਹੀਂ ਬੋਲਣਾ। ਮਹਾਰਾਜ ਕਹਿੰਦੇ ਨੇ ਬਹੁਤਾ ਬੋਲਣਾ ਵੀ ਸੰਕੋਚ ਕਰਨਾ ਹੈ। ਐਵੇਂ ਹੀ
ਹਵਾਈ ਗੱਲਾਂ ਕਰੀ ਜਾਣੀਆਂ, ਮੇਰੇ ਕੋਲ ਇਤਨੀ ਕਾਰਾਂ ਨੇ, ਇੰਨੇ ਵੱਡੇ ਕਾਰੋਬਾਰ ਚੱਲਦੇ ਨੇ ਜੀ, ਫਲਾਣਾ ਕੁਛ ਮੇਰੇ ਕੋਲ ਹੈ ਰੱਬ ਨੇ ਦਿੱਤਾ, ਸ਼ੁਕਰ ਕਰ। ਜੇ ਹੈ ਤਾਂ ਠੀਕ ਹੈ, ਨਹੀਂ ਤਾਂ ਹਵਾਈ ਗੱਲਾਂ ਨਾ ਛੱਡ। ਕਈ ਵਾਰੀ ਅਸੀਂ ਜਿਤਨਾ ਬੋਲਣ ਦੀ ਲੋੜ ਹੈ ਉਸ ਤੋਂ ਕਈ ਗੁਣਾ ਵੱਧ ਬੋਲ ਜਾਂਦੇ ਹਾਂ। ਨਹੀਂ ਪਿਆਰਿਓ, ਸਤਿਗੁਰੂ ਕਹਿੰਦੇ ਨੇ ਸਿੱਖ ਨੇ ਬਹੁਤਾ ਨਹੀਂ ਬੋਲਣਾ। ਬਹੁਤਾ ਬੋਲਣਾ ਕੀ ਹੈ, ਇਸ ਨੂੰ ਚੰਗੀ ਤਰ੍ਹਾਂ ਸਮਝ ਲਓ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦਮਾਤਾ। ਉਹ ਮਾਇਆ ਦੇ ਨਸ਼ੇ 'ਚ ਬੋਲਣਾ ਨਹੀਂ ਜਾਣਦਾ। ਅਸੀਂ ਮਾਇਆ ਦੇ ਨਸ਼ੇ ਵਿੱਚ ਬੋਲਦੇ ਹਾਂ ਅਤੇ ਉਸ ਨੂੰ ਬਹੁਤਾ ਬੋਲਣਾ ਕਹਿ ਰਹੇ ਨੇ, ਬਹੁਤ ਨਾ ਹੀ ਬੋਲਣਾ। ਫਿਰ ਮਹਾਰਾਜ ਜੀ ਕਹਿਣ ਲੱਗੇ, ਖੰਨਿਓ ਤਿੱਖੀ ਬਾਲੋ ਨਿੱਕੀ। ਇਹ ਜਿਹੜਾ ਮਾਰਗ ਹੈ ਭਗਤਾਂ ਦਾ, ਗੁਰਮੁਖਾਂ ਦਾ, ਸੱਚੇ ਰਾਹ 'ਤੇ ਤੁਰਨਾ ਵਿਖਮ ਹੈ, ਕਿਉਂਕਿ ਇਹ ਰਸਤਾ ਖੰਡੇ ਦੀ ਧਾਰ ਨਾਲੋਂ ਤਿੱਖਾ ਹੈ ਅਤੇ ਬਾਲ ਨਾਲੋਂ ਬਰੀਕ ਹੈ। ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਆਖਿਆ, ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਪਾਏ। ਰਾਈ ਦਾ 10ਵਾਂ ਹਿੱਸਾ ਇਤਨਾ ਛੋਟਾ ਹੈ ਮੁਕਤੀ ਦਾ ਦੁਆਰ। ਇਸ ਕਰਕੇ ਮਹਾਰਾਜ ਕਹਿੰਦੇ ਨੇ ਬਾਲ ਨਾਲੋਂ ਬਰੀਕ ਹੈ ਸਿੱਖੀ ਕਮਾਣੀ। ਖੰਨਿਓ ਤਿੱਖੀ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਮਹਾਰਾਜ ਕਹਿੰਦੇ ਇਸ ਮਾਰਗ 'ਤੇ ਤੁਰਨਾ, ਸੱਚੇ ਰਾਹ 'ਤੇ ਤੁਰਨਾ ਬੜਾ ਵਿਖਮ ਹੈ, ਕਿਉਂਕਿ ਖੰਡੇ ਦੀ ਧਾਰ 'ਤੇ ਤੁਰਨਾ ਹੋਵੇ, ਤੁਰਿਆ ਨਹੀਂ ਜਾਣਾ। ਇਹ ਬਾਲ ਨਾਲੋਂ ਬਰੀਕ ਰਾਹ ਦੇ ਉੱਤੇ ਅੰਦਰ ਜਾਣਾ ਹੋਵੇ, ਜਿਹਨੂੰ ਕਬੀਰ ਸਾਹਿਬ ਨੇ ਆਖਿਆ, ਕਬੀਰ ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਪਾਏ। ਮਨ ਤੋਂ ਮੈਗਲ ਹੋਏ ਰਿਹਾ, ਕਿਉਂ ਕਲ ਨਿਕਲਿਆ ਜਾਏ। ਮਨ ਹਾਥੀ ਬਣਿਆ ਹੋਇਆ, ਉਸ ਦੇ ਵਿੱਚ ਕਿਵੇਂ ਨਿਕਲੇ। ਜਦ ਰਾਈ ਦਾ 10ਵਾਂ ਹਿੱਸਾ ਪਾਓ, ਬਹੁਤ ਛੋਟਾ ਜਿਹਾ, ਇਹਦਾ ਅਰਥ ਹੈ ਕਿ ਹੰਕਾਰ ਤਾਂ ਬਿਲਕੁਲ ਖਤਮ ਹੋ ਜਾਏ। ਰਾਈ ਦੇ ਦਾਣੇ ਵਿੱਚੋਂ, ਰਾਈ ਦੇ ਦਾਣੇ ਦਾ 10ਵਾਂ ਹਿੱਸਾ ਹੋਵੇ ਪਾਓ, ਇਤਨਾ ਬਰੀਕ ਹੈ ਇਹ ਮਾਰਗ ਜਿਹੜਾ ਹੈ। ਫਿਰ ਮਹਾਰਾਜ ਕਹਿੰਦੇ ਇਸ ਦੇ ਉੱਤੇ ਫਿਰ ਕੌਣ ਤੁਰ ਸਕਦਾ ਹੈ ਮਹਾਰਾਜ। ਇਹ ਤਾਂ ਇਤਨਾ ਵਿਖਮ ਰਸਤਾ ਹੈ, ਇਹਨੂੰ ਅਪਣਾਇਆ ਕਿਵੇਂ ਜਾ ਸਕਦਾ ਹੈ, ਇਸ ਚਾਲ ਦੇ ਉੱਤੇ ਚੱਲਿਆ ਕਿਵੇਂ ਜਾ ਸਕਦਾ ਹੈ। ਮਹਾਰਾਜ ਕਹਿੰਦੇ ਇੱਕੋ ਹੀ ਤਰੀਕਾ ਹੈ, ਗੁਰ ਪ੍ਰਸਾਦ ਦੀ ਜਿਨੇ ਆਪ ਤਜਿਆ ਹਰ ਵਾਸ ਨਾ ਸਮਾਣੀ। ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ ਅਤੇ ਉਹਨਾਂ ਨੇ ਆਪਣੀ ਖੁਦ ਖੁਦਾਈ ਨੂੰ ਛੱਡ ਦਿੱਤਾ, ਖੁਦ ਖੁਦਾ ਹੋਣ ਦੀ ਬਿਰਤੀ ਨੂੰ ਖਤਮ ਕਰਦਾ ਵੀ ਮੈਂ ਖੁਦ ਖੁਦਾ ਹਾਂ। ਪਾਓ ਕਿ ਆਪਣਾ ਹੰਕਾਰ। ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਆਪ ਤਜਿਆ, ਆਪਾ ਭਾਵ ਤਿਆਗ ਦਿੱਤਾ, ਜਿਨ੍ਹਾਂ ਨੇ ਕਹਿ ਦਿੱਤਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੋਭਤੇ ਕਿਆ ਲਾਗੈ ਮੇਰਾ। ਮਹਾਰਾਜ ਕਹਿੰਦੇ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਉਹਨਾਂ ਦੇ ਵਿੱਚ ਹਰੀ ਪਰਮਾਤਮਾ ਦੀ ਜਿਹੜੀ ਨਾਮ ਦੀ ਸੁਗੰਧੀ ਹੈ ਨਾ, ਉਹ ਹੁਣ ਸਮਾ ਗਈ ਆ ਕੇ। ਨਾਮ ਦੀ ਸੁਗੰਧੀ ਕੀ ਹੁੰਦੀ ਹੈ ਕਿ ਜਦੋਂ ਤੁਹਾਡੇ ਜੀਵਨ ਵਿੱਚ ਬਾਕੀ ਨਾਲੋਂ ਸ਼ੁਭ ਗੁਣ ਆ ਜਾਣ, ਸਤ ਸੰਤੋਖ ਦਇਆ ਧਰਮ ਖਿਮਾ ਨਿਰਭਉ ਨਿਰਵੈਰ ਵਾਲੀ ਬਿਰਤੀ, ਇਹ ਹਰੀ ਪਰਮਾਤਮਾ ਦੀ ਵਾਸਨਾ ਹੈ, ਇਹ ਸੁਗੰਧੀ ਹੈ। ਜਦੋਂ ਤੁਸੀਂ ਨਿਰਵੈਰ ਹੋ ਜਾਂਦੇ, ਕਿਸੇ ਨਾਲ ਤੁਹਾਡਾ ਵੈਰ ਨਹੀਂ ਰਹਿ ਜਾਂਦਾ। ਦੁਨੀਆ ਤੁਹਾਡੇ ਨਾਲ ਵੈਰ ਕਰੇ ਪਰ ਤੁਸੀਂ ਕਿਸੇ ਨਾਲ ਵੈਰ ਨਾ ਕਰੋ। ਇਹ ਹੈ ਪਰਮਾਤਮਾ ਦੇ ਨਾਮ ਦੀ ਸੁਗੰਧੀ ਜੀਵਨ 'ਚ। ਇਹ ਹੈ ਉਹ ਵਾਸਨਾ, ਜਿਹੜੀ ਵਾਸਨਾ ਦਾ ਜ਼ਿਕਰ ਮੇਰੇ ਗੁਰਦੇਵ ਪਿਤਾ ਇੱਥੇ ਕਰ ਰਹੇ ਨੇ। ਫਿਰ ਕਹਿਣ ਲੱਗੇ ਕਹਿ ਨਾਨਕ ਚਾਲ ਭਗਤਾਂ। ਫਿਰ ਆਖਿਆ ਨਾਨਕ ਆਖਦਾ ਹੈ ਭਗਤਾਂ ਦੀ ਜਿਹੜੀ ਚਾਲ ਹੈ ਜੁਗੋਂ ਜੁਗ ਨਿਰਾਲੀ, ਜੁਗਾਂ ਤੋਂ ਉਹ ਨਿਰਾਲੀ ਹੀ ਹੈ। ਜਦੋਂ ਤੋਂ ਸੰਸਾਰ ਬਣਿਆ ਭਗਤ ਸੰਸਾਰੀ ਲੋਕਾਂ ਦੇ ਰਸਤੇ 'ਤੇ ਨਹੀਂ ਚਲੇ, ਉਹਨਾਂ ਨੇ ਵੱਖਰਾ ਰਸਤਾ ਤਿਆਰ ਕੀਤਾ। ਕੁਛ ਹੋਤੇ हैं लोग वो जो चलते हैं जमाने के साथ साथ। एक विद्वान कहता है कि मर्द वो है जो जमाने को बदल दे। ਸਾਰਾ ਸੰਸਾਰ ਜ਼ਮਾਨੇ ਦੇ ਅਨੁਸਾਰ ਚੱਲਦਾ ਹੈ। ਕਹਿੰਦੇ ਮਰਦ ਉਹ ਹੈ ਜਿਹੜਾ ਕਿ ਸਾਰੇ ਸੰਸਾਰ ਦੇ ਬਣਾਏ ਹੋਏ ਸਿਧਾਂਤਾਂ ਨੂੰ ਚੇਂਜ ਕਰਕੇ ਇੱਕ ਨਵਾਂ ਰਸਤਾ ਵਿਖਾਵੇ। ਜਿਵੇਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10 ਗੁਰੂ ਸਾਹਿਬਾਨਾਂ ਨੇ, ਜਿਵੇਂ ਭਗਤਾਂ ਨੇ ਇੱਕ ਨਵਾਂ ਰਸਤਾ, ਸੋਚ ਵੀ ਨਹੀਂ ਸਕਦੇ ਸੀ ਵੀ ਇਹ ਗੱਲ ਹੋ ਸਕਦੀ ਹੈ ਕਿ ਕੋਈ ਬੰਦਾ ਇਨਸਾਨੀ ਜਾਮੇ ਵਿੱਚ ਨੀਵੀਂ ਜਾਤ ਵਿੱਚੋਂ ਉੱਠ ਕੇ ਭਗਤ ਨਾਮਦੇਵ ਜੀ ਦੀ ਵਾਂਗ ਇੰਨੇ ਕ੍ਰਾਂਤੀਕਾਰੀ ਵਿਚਾਰ ਮਨੁੱਖਤਾ ਦੇ ਸਾਹਮਣੇ ਪਰੋਸ ਕੇ ਰੱਖ ਦੇਵੇ। ਜਿਹੜਾ ਇਹ ਬਾਦਸ਼ਾਹ ਦੇ ਸਾਹਮਣੇ ਕਹਿ ਦੇਵੇ, ਕਹਿੰਦੇ ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਭਗਤ ਨਾਮ ਜੀ ਕਹਿੰਦੇ ਮੇਰਾ ਕੀਤਾ ਕੁਛ ਨਹੀਂ ਹੋ ਸਕਦਾ, ਜੋ ਪਰਮਾਤਮਾ ਕਰਦਾ ਉਹੀ ਹੁੰਦਾ। ਇਹ ਵੰਗਾਰ ਸੀ ਉਸ ਵੇਲੇ ਦੇ ਰਾਜਿਆਂ ਨੂੰ, ਇਹ ਵੰਗਾਰ ਸੀ ਉਸ ਵੇਲੇ ਦੇ ਵਿਗੜੇ ਹੋਏ ਸਮਾਜ ਨੂੰ, ਧਾਰਮਿਕ ਆਗੂਆਂ ਨੂੰ, ਜਿਨ੍ਹਾਂ ਨੇ ਸਮਾਜ ਨੂੰ ਇਸ ਤਰ੍ਹਾਂ ਦੁਚਿੱਤੇ ਵਿੱਚ ਪਾਇਆ ਹੋਇਆ ਸੀ, ਸਮਾਜ ਦੀਆਂ ਵੰਡੀਆਂ ਕੀਤੀਆਂ ਹੋਈਆਂ ਸਨ। ਭਗਤਾਂ ਨੇ ਸੱਚੀ ਮੁੱਚੀ ਉਹ ਕ੍ਰਾਂਤੀਕਾਰੀ ਵਿਚਾਰ
ਉਹ ਚਾਲ ਚੱਲ ਕੇ ਦਿਖਾਈ ਜਿਸ 'ਤੇ ਸਾਰੇ ਲੋਕ ਕਹਿੰਦੇ ਸਾਨੂੰ ਕੀ ਲੈਣਾ। ਅੱਜ ਕਿਸੇ ਨੂੰ ਗੱਲ ਕਰੋ ਨਾ ਵੀ ਇਹ ਇਸ ਤਰ੍ਹਾਂ ਹੋ ਰਿਹਾ ਸਾਡੇ ਨਾਲ, ਅਤੇ ਅੱਧੀ ਸੰਗਤ ਕਹਿੰਦੇ ਸਾਨੂੰ ਕੀ ਲੈਣਾ, ਹੋਈ ਜਾਵੇ। ਨਹੀਂ ਨਹੀਂ ਭਾਈ, ਅਸੀਂ ਸਾਰੇ ਉਸ ਚੀਜ਼ ਨੂੰ ਸਮਝੀਏ, ਕਿਉਂ ਹੋਈ ਜਾਵੇ, ਗਲਤ ਕਿਉਂ ਹੋਵੇ। ਦੇਖੋ ਨਾ, ਜਦੋਂ ਕੋਈ ਗੱਲ ਕਰੇ ਤਾਂ ਹੁੰਦਾ ਜੀ ਹੋਈ ਜਾਵੇ, ਅਸੀਂ ਕੀ ਕਰ ਸਕਦੇ ਹਾਂ, ਅਸੀਂ ਕੀ ਜਦ ਸਾਰੇ ਇਹ ਕਹੋਗੇ ਫਿਰ ਕੁਛ ਨਹੀਂ ਹੋ ਸਕਦਾ। ਪਰ ਸਾਰੇ ਕਹੋਗੇ ਹਾਂ ਅਸੀਂ ਵੀ ਆਪਣਾ ਹਿੱਸਾ ਪਾ ਸਕਦੇ ਹਾਂ। ਜਦੋਂ ਕੋਈ ਸੱਚ ਦੀ ਵਿਚਾਰ ਕਰਦਾ, ਸੱਚ ਦੀ ਵਿਚਾਰ ਨਾਲ ਖੜਦਾ ਅਤੇ ਸੰਗਤ ਨੂੰ ਨਾਲ ਖੜਨਾ ਚਾਹੀਦਾ। ਜਦੋਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ ਨਾ ਗਲਤ ਹੋ ਰਹੀਆਂ ਨੇ ਸਮਾਜ ਦੇ ਵਿੱਚ, ਸੰਸਾਰ 'ਚ ਵਿਚਰਦੇ ਹਾਂ, ਤਾਂ ਸਾਨੂੰ ਉੱਥੇ ਫਿਰ ਜ਼ਰੂਰ ਆਪਣਾ ਪੱਖ ਰੱਖਣਾ ਚਾਹੀਦਾ। ਭਾਵੇਂ ਧਾਰਮਿਕ ਰਹੋ ਰੀਤਾਂ ਅੱਜ ਜਿਵੇਂ ਅਸੀਂ ਦੇਖ ਰਹੇ ਹਾਂ, ਜਿਸ ਤਰ੍ਹਾਂ ਕਿ ਦਰਬਾਰ ਸਾਹਿਬ ਅਸੀਂ ਦੇਖਦੇ ਹਾਂ ਕਿ ਦੀਵਾਲੀ ਦੇ ਉੱਤੇ ਗੁਰੂ ਰਾਮਦਾਸ ਜੀ ਦੇ ਪੁਰਬ ਦੇ ਉੱਤੇ 100 ਕਰੋੜ ਦੇ ਫੁੱਲ ਲੱਗ ਜਾਂਦੇ ਨੇ। ਇਹ ਕਿਤਨਾ ਕੁ ਠੀਕ ਹੈ, ਕਿੰਨਾ ਕੁ ਵਾਜਬ ਹੈ। ਇਹਨਾਂ ਚੀਜ਼ਾਂ ਦਾ ਤਾਂ ਵਿਰੋਧ ਕਰਨਾ ਬਣਦਾ ਹੀ ਹੈ ਨਾ ਸਾਡਾ ਸਾਰਿਆਂ ਦਾ। ਅਤੇ ਜੇ ਕੋਈ ਗੁਰਸਿੱਖ ਬੋਲੇ, ਕੋਈ ਪ੍ਰਚਾਰਕ ਬੋਲੇ, ਕੋਈ ਰਾਗੀ ਬੋਲੇ, ਅਸੀਂ ਉਹਦਾ ਆਦ ਛੱਡ ਕੇ ਪਾਸੇ ਹੋ ਜਾਂਦੇ। ਇਹ ਸਾਨੂੰ ਕੀ ਲੈਣਾ। ਨਹੀਂ, ਭਗਤਾਂ ਨੇ ਕਿਹਾ ਸਾਨੂੰ ਲੈਣਾ ਹੈ। ਅਸੀਂ ਆਪਣੇ ਸਮਾਜ ਨੂੰ ਸੁਧਾਰਨਾ ਹੈ, ਅਸੀਂ ਆਪਣੇ ਸਮਾਜ ਨੂੰ ਸੋਹਣਾ ਬਣਾਉਣਾ ਹੈ। ਇਹ ਵਿਚਾਰ ਸਾਨੂੰ ਇਸ ਕਰਕੇ ਮਨਨ ਕਰਨੀ ਪਏਗੀ, ਇਸ ਵਿਚਾਰਧਾਰਾ ਦੇ ਨਾਲ ਸਾਨੂੰ ਖੜਨਾ ਪਏਗਾ। ਔਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਕਰਕੇ ਆਖਿਆ ਸੀ ਕਿ ਮੈਂ ਤਾਂ ਗੁਰਮੁਖ ਖੋਜਤ ਭਇਓ ਉਦਾਸੀ। ਮੈਂ ਕਿਤੇ ਪੈਸੇ ਇਕੱਠੇ ਕਰਨ ਨਹੀਂ ਨਿਕਲਿਆ, ਮਾਫ਼ ਕਰਨਾ। ਗੁਰੂ ਨਾਨਕ ਨੇ ਆਖਿਆ ਸੀ ਮੇਰੀ ਭਾਲ ਮੇਰਾ ਘਰੋਂ ਤੁਰਨਾ, ਗੁਰਮੁਖਾਂ ਦੀ ਖੋਜ ਕਰਨੀ ਹੈ। ਚੰਗੇ ਬੰਦਾਂ ਨੂੰ ਉਹਨਾਂ ਦੀ ਚੰਗਿਆਈ ਬਾਰੇ ਦੱਸ ਕੇ ਅਤੇ ਉਹਨਾਂ ਨੂੰ ਚੰਗੇ ਦਾ ਸਾਥ ਦੇਣ ਵਾਸਤੇ ਖੜਾ ਕਰਨਾ, ਮੇਰਾ ਹੋਰ ਕੋਈ ਮਿਸ਼ਨ ਨਹੀਂ ਹੈ। ਮਾੜੇ ਤਾਂ ਇਕੱਠੇ ਹੋ ਰਹੇ ਨੇ, ਰਾਜਨੀਤੀ ਤੌਰ ਤੋਂ ਵੀ ਮਾੜੇ ਇਕੱਠੇ ਹੋ ਜਾਂਦੇ ਅਤੇ ਮਾੜਿਆਂ ਦੇ ਹੱਥਾਂ 'ਚ ਸੱਤਾ ਆ ਜਾਂਦੀ ਹੈ। ਸਮਾਜ ਵਿੱਚ ਮਾੜੇ ਲੋਕ ਆ ਜਾਂਦੇ ਨੇ ਅਤੇ ਆਲੇ ਦੁਆਲੇ ਦਾ ਪ੍ਰਬੰਧ ਮਾੜਿਆਂ ਦੇ ਹੱਥਾਂ 'ਚ ਚਲਾ ਜਾਂਦਾ ਹੈ। ਧਾਰਮਿਕ ਤੌਰ ਤੋਂ ਮਾੜੇ ਲੋਕ ਇਕੱਠੇ ਹੋ ਜਾਂਦੇ, ਧਰਮ ਦਾ ਸਾਰਾ ਹੱਕ ਹਕੂਕ ਉਹਨਾਂ ਕੋਲ ਚਲਾ ਜਾਂਦਾ ਹੈ। ਚੰਗੇ ਲੋਕ ਇੱਕੋ ਹੀ ਗੱਲ ਕਹਿੰਦੇ ਨੇ ਸਾਨੂੰ ਕੀ ਲੈਣਾ, ਸਾਨੂੰ ਤਾਂ ਪਾਠ ਕਰਨਾ, ਮੱਥਾ ਟੇਕਣਾ, ਤਾਂ ਹੋਰ ਅੱਗੇ ਕੋਈ ਮਤਲਬ ਹੀ ਨਹੀਂ। ਨਹੀਂ ਨਹੀਂ ਸਿੱਖੋ, ਸਾਨੂੰ ਮਤਲਬ ਹੈ। ਔਰ ਸਾਰਿਆਂ ਦਾ ਇਹ ਯੋਗਦਾਨ ਬਣਨਾ ਚਾਹੀਦਾ ਵੀ ਜਿੱਥੇ ਕੋਈ ਗਲਤ ਹੁੰਦਾ ਤਾਂ ਸਾਨੂੰ ਬੋਲਣਾ ਚਾਹੀਦਾ। ਅਤੇ ਜੇ ਬੋਲਾਂਗੇ, ਗੱਲ ਕਰਾਂਗੇ, ਇੱਕ ਦੂਜੇ ਦੀ ਗੱਲ ਵਿੱਚ ਹਾਮੀ ਭਰਾਂਗੇ, ਤਾਂ ਜੋ ਸਮਾਜ ਦਾ ਸੁਧਾਰ ਹੋਏਗਾ, ਪਰਿਵਾਰਾਂ ਦਾ ਸੁਧਾਰ ਹੋਏਗਾ, ਸਾਡੇ ਆਪਣੇ ਬੱਚਿਆਂ ਦਾ ਸੁਧਾਰ ਹੋਏਗਾ, ਕੌਮ ਦਾ ਸੁਧਾਰ ਹੋਏਗਾ, ਦੇਸ਼ ਦਾ ਸੁਧਾਰ ਹੋਏਗਾ। ਹਰ ਇੱਕ ਚੀਜ਼ ਸੁਧਰ ਸਕਦੀ ਹੈ। ਇਹ ਤਾਂ ਹੋ ਸਕਦਾ ਜੇ ਤੁਸੀਂ ਸਾਰੇ ਇਕੱਠੇ ਹੋ ਕੇ ਸੱਚ ਦੇ ਨਾਲ ਜੁੜੋ, ਸੱਚ ਦਾ ਸਾਥ ਦਿਓ ਅਤੇ ਸੱਚ ਦੇ ਨਾਲ ਖੜਨ ਵਾਸਤੇ ਭਾਵੇਂ ਆਪਣਾ ਆਪ ਵੀ ਕਿਉਂ ਨਾ ਕੁਰਬਾਨ ਕਰਨਾ ਪਏ। ਇਹ ਭਗਤ ਜਨਾਂ ਨੇ ਕੀਤਾ ਹੈ। ਅੱਜ ਭਗਤ ਨਾਮਦੇਵ ਜੀ ਹੁਣਾਂ ਦਾ ਜਨਮ ਦਿਹਾੜਾ। ਆਪ ਜੀ ਨੂੰ ਇੱਕ ਵਾਰੀ ਫਿਰ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ, ਜਨਮ ਦਿਹਾੜੇ ਦੀ ਲੱਖ ਲੱਖ ਦਾਸ ਵਧਾਈ ਵੀ ਦਿੰਦਾ ਹੈ। ਅਤੇ ਨਾਲ ਜਿਵੇਂ ਉਹਨਾਂ ਨੇ ਆਪਣੀ ਵਿਚਾਰਧਾਰਾ ਸਾਡੇ ਸਮਾਜ ਦੇ ਸਾਹਮਣੇ ਰੱਖ ਕੇ ਸੱਚ ਨੂੰ ਜਿਵੇਂ ਪ੍ਰਗਟ ਕੀਤਾ ਹੈ, ਅਸੀਂ ਉਹਨਾਂ ਦੀ ਵਿਚਾਰਧਾਰਾ ਆਪਣੇ ਜੀਵਨ 'ਚ ਪਹਿਲਾਂ ਅਭਿਆਸ ਕਰੀਏ, ਉਸ ਸੱਚ ਨੂੰ ਕਮਾਈਏ, ਫਿਰ ਸੱਚ ਦੇ ਧਾਰਨੀ ਹੋ ਕੇ ਸਮਾਜ ਨੂੰ ਸੱਚਾ ਬਣਾਈਏ। ਇਹ ਰਲ ਮਿਲ ਕੇ ਹੋ ਸਕਦਾ ਹੈ ਜਦੋਂ ਆਪਾਂ ਇਸ ਵਿਚਾਰਧਾਰਾ ਨੂੰ ਅਪਣਾਵਾਂਗੇ। ਆਓ ਇਸ ਪੌੜੀ ਦਾ ਪਾਠ ਕਰਕੇ ਇੱਥੇ ਸਮਾਪਤੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚਲਣਾ, ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਗੁਰ ਪ੍ਰਸਾਦੀ ਜਿਨੀ ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਚਰਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ, ਜੁਗੋਂ ਜੁਗ ਨਿਰਾਲੀ, ਕਹਿ ਨਾਨਕ ਚਾਲ ਭਗਤਾਂ, ਜੁਗੋਂ ਜੁਗ ਨਿਰਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।